सतनाम वाहिगुरु साहिब जी। डंडौत बंदन अनक बार, सर्ब कला समरथ। डोलन ते राखो प्रभु, नानक दे कर हथ। डोलन ते राखो प्रभु, नानक दे कर हथ। वाहिगुरु जी का खालसा, वाहिगुरु जी की फतेह। परम सत्कारयोग गुरु सवारी साध संगत जी, वड्डे भागां वाले हो जो रोजाना शाम नूं धन धन श्री गुरु ग्रंथ साहिब महाराज तिन्हां दे दरबार अंदर श्रीमान संत बाबा गुरबख्श सिंह साहब जी धार्मिक संगीत अकैडमी दे विच उपराले नाल महापुरखां दे जीवन की कथा सरवण कर रहे हो। कल आप जी ने सरवण किया कि महापुरख संत बाबा गुरबख्श सिंह साहब जी जदों किशनपुरे तो घड़ियाल पिंड चले गए हैं, ये भी जलंधर विच ही है। ते इत्थे रहिंदियां बाबा छज्जा सिंह जी दे पास सिमरन करते हैं। इत्थे कुछ प्रेमी परिवार है, उसी लांग तो आया है। ते उन्हां संत बाबा गुरबख्श सिंह साहब जी दे नाल मेल कीता। पिंड ते उन्हां दा हैगा सीगा पधियाना, जिला जलंधर विच ही पधियाना पिंड है, पर रहिंदे आसाम विच सी शिलांग विच। उत्थों आसाम तो आए आ, शिलांग तो उन्हां दा नाम सी डॉक्टर जोरावर सिंह। ते जोरावर सिंह जी कहन लगे परिवार समेत, कहंदे असीं दर्शन करने महापुरखां दे, बाबा अतर सिंह साहब जी दे नाल चलो साडे। तो उत्थे है कालरा हाई स्कूल है जलंधर विच, ते हाई स्कूल दे हैड मास्टर सी हंसा सिंह, ते उन्हां दे नाल सरदार इंदर सिंह वो सी डरोली तो, वो भी नाल तैयार हो गए। ये 5 शरीर हो गए, सरदार इंदर सिंह ते हैड मास्टर सरदार हंसा सिंह, संत बाबा गुरबख्श सिंह जी, डॉक्टर जोरावर सिंह ते इन्हां दी सरदारनी। 5 जाने गए महापुरखां दे दर्शनां नूं। महापुरख अगे गुरु की काशी साबो की तलवंडी श्री दमदमा साहिब विखे उस वेले सरोवर की कार सेवा है, लंगर की इमारत तैयार हो रही है, तो दूरा दूरा तो सेवा आ रही सन। अनेकां जिहड़े शरीर हैं वो आ करके हत्थीं सेवा करते हैं। सो इस तरह ये जिहड़ी सेवा है आरंभ हुई है। सन 1919 दे विच ये सेवा आरंभ सी। महापुरख उत्थे गए, संतां दे दर्शन कीते, भजन बिलास सुने, थोड़े दिन रहे तो बाकी सारे तो वापस मुड़ आए।
ਪਰ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੂੰ ਬਾਬਾ ਅਤਰ ਸਿੰਘ ਜੀ ਨੇ ਆਪਣੇ ਪਾਸ ਰੱਖ ਲਿਆ ਕਿ ਤੁਸੀਂ ਸਾਡੇ ਕੋਲ ਰਹੋ, ਤੁਹਾਡੇ ਕੋਲ ਕੁਝ ਸੇਵਾ ਲੈਣੀ ਹੈ। ਉਹ ਸੇਵਾ ਇਹ ਲਈ ਕਿ ਟਾਟਾ ਨਗਰ ਦੇ ਵਿੱਚ ਇੱਕ ਪ੍ਰੇਮੀ ਰਹਿੰਦੇ ਸੀ, ਉਹਨਾਂ ਦਾ ਨਾਂ ਸੀ ਸਰਦਾਰ ਕੁੰਨਨ ਸਿੰਘ। ਤੇ ਉਹਨਾਂ ਦੇ ਪਾਸ ਟਾਟਾ ਨਗਰ ਸਰਦਾਰ ਕੁੰਨਨ ਸਿੰਘ ਦੇ ਕੋਲ ਬਾਬਾ ਅਤਰ ਸਿੰਘ ਜੀ ਨੇ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੂੰ ਤੇ ਨਾਲ ਆਪਣੇ ਜੋ ਢੋਲਕੀ ਵਜਾਉਣ ਵਾਲੇ ਸੀਗੇ ਭਾਈ ਈਸਰ ਸਿੰਘ ਜੀ, ਉਹਨਾਂ ਨੂੰ ਭੇਜਿਆ ਕਿ ਜਾਓ ਦੋਵੇਂ ਜਾਣੇ ਜਾ ਕੇ ਉਹਨਾਂ ਕੋਲ ਮਾਇਆ ਲੈ ਕੇ ਆਓ। ਗੁਰੂ ਕੀ ਕਾਸ਼ੀ ਸ੍ਰੀ ਦਮਦਮਾ ਸਾਹਿਬ ਸਰੋਵਰ ਦੀ ਤੇ ਗੁਰੂ ਕੇ ਲੰਗਰ ਦੀ ਸੇਵਾ ਚੱਲ ਰਹੀ ਸੀ। ਤੇ ਟ੍ਰੇਨ ਤੇ ਗਏ, ਪਹੁੰਚੇ, ਜਾ ਕੇ ਸੁਨੇਹਾ ਦਿੱਤਾ ਹੈ ਸੰਤ ਬਾਬਾ ਅਤਰ ਸਿੰਘ ਜੀ ਦਾ। ਤੇ ਉਹਨਾਂ ਨੇ ਸਰਦਾਰ ਕੁੰਨਨ ਸਿੰਘ ਜੀ ਨੇ ਪਹਿਲਾਂ ਪ੍ਰਸ਼ਾਦਾ ਪਾਣੀ ਛਕਾ ਕੇ ਤੇ ਇੱਕ ਚੈੱਕ ਉਸੇ ਵੇਲੇ 31,000 ਦਾ ਕੱਟ ਕੇ ਦੇ ਦਿੱਤਾ ਹੈ। ਇਹ ਉਸ ਸਮੇਂ ਦੀ ਗੱਲ ਹੈ, ਹੁਣ ਤੇ 2021 ਹੈ, ਉਦੋਂ 1919 ਦੀ ਗੱਲ ਹੈ ਜਦੋਂ ਇਹ ਸੇਵਾ ਆਰੰਭ ਹੋਈ ਹੈ ਸ੍ਰੀ ਦਮਦਮੇ ਸਾਹਿਬ। ਸੋ ਉਸ ਵੇਲੇ ਕੁਝ ਦਿਨ ਉੱਥੇ ਰਹਿ ਕੇ, ਤਕਰੀਬਨ 15 ਕੁ ਦਿਨ ਉੱਥੇ ਰਹੇ। ਫਿਰ ਵਾਪਸ ਉੱਥੋਂ ਜਦੋਂ ਤੁਰੇ ਨੇ, ਉਹਨਾਂ ਨੇ ਟ੍ਰੇਨ ਵਿੱਚ ਟਾਟਾ ਨਗਰ ਤੋਂ ਕਲਕੱਤੇ ਤੱਕ ਦੀਆਂ ਟਿਕਟਾਂ ਉਹ ਵੀ ਉਹਨਾਂ ਕਰਵਾ ਦਿੱਤੀਆਂ, ਨਾਲ 200 ਰੁਪਇਆ ਕੋਲੋਂ ਦਿੱਤਾ ਵੀ ਕੋਈ ਖਰਚਾ ਪਾਣੀ ਰਾਹ 'ਚ ਹੋਵੇ ਤੇ ਕਰ ਲਿਓ। ਮਹਾਂਪੁਰਖ ਲੈਣ ਨਾ ਉਹਨਾਂ ਰੋਕੇ ਬਦੋ ਬਦੀ ਇਹ ਮਾਇਆ ਦਿੱਤੀ ਹੈ ਵੀ ਇਹ ਤੁਹਾਡੇ ਵਾਸਤੇ ਵੱਖਰੀ ਹੈ। ਫਿਰ ਕਲਕੱਤੇ ਤੱਕ ਟਿਕਟਾਂ ਤਾਂ ਲੈ ਕੇ ਦਿੱਤੀਆਂ, ਕਲਕੱਤੇੋਂ ਆ ਕੇ ਉਹ ਮਾਇਆ ਜਿਹੜੀ ਉਹ ਚੈੱਕ ਤੋਂ ਕੈਸ਼ ਹੋਣੀ ਸੀ, ਉਹ ਕੈਸ਼ ਕਰਾ ਕੇ ਕਲਕੱਤੇ ਤੋਂ ਤੇ ਮਹਾਂਪੁਰਖ ਮਾਇਆ ਲੈ ਕੇ ਪਹੁੰਚ ਗਿਆ ਗੁਰੂ ਕੀ ਕਾਸ਼ੀ ਸਾਬੋ ਕੀ ਤਲਵੰਡੀ ਸ੍ਰੀ ਦਮਦਮਾ ਸਾਹਿਬ ਵਿਖੇ। ਉਹ ਮਾਇਆ ਲਿਆ ਕੇ ਬਾਬਾ ਅਤਰ ਸਿੰਘ ਸਾਹਿਬ ਜੀ ਨੂੰ ਦੇ ਦਿੱਤੀ ਹੈ। ਹੋਰ ਵੀ ਜਿਹੜੀ ਨਾਲ ਮਾਇਆ ਮਿਲੀ ਉਹ ਵੀ ਦੇ ਦਿੱਤੀ ਹੈ। ਜਿਹੜਾ 200 ਰੁਪਇਆ ਦਿੱਤਾ ਸੀ ਨਾ ਉਹਨਾਂ ਨੇ, ਉਹ ਵੀ ਦੇ ਦਿੱਤਾ ਵੀ ਸਾਡਾ ਇੰਨਾ ਖਰਚਾ ਸੀ, ਬਾਕੀ ਸਾਰੇ ਆ ਬਚ ਗਏ ਆ, ਬਾਬਾ ਜੀ ਲੈ ਲਓ ਪੈਸੇ। ਕਿਉਂਕਿ ਮਹਾਂਪੁਰਖ ਜਿਹੜੇ ਉਹ ਖਰਚਾ ਨਹੀਂ ਸੀ ਕਰਦੇ, ਮਾਇਆ ਨਹੀਂ ਸੀ ਬਾਹਰ ਖਰਚਦੇ, ਕੇਵਲ ਜਿਹੜੀ ਗੱਡੀ ਤੇ ਟਿਕਟ ਲੱਗੀ ਹੈ ਗਾੜੀ ਦੀ ਉਹੀ ਹੈ, ਬਾਕੀ ਸਾਰੀ ਮਾਇਆ ਦੇ ਦਿੱਤੀ ਬਾਬਾ ਜੀ ਨੂੰ ਆ ਕੇ। ਮਹਾਂਪੁਰਖ ਬੜੇ ਖੁਸ਼ ਹੋਏ ਤੇ ਥਾਪੀ ਦਿੱਤੀ ਹੈ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੂੰ, ਤੇ ਇਹ ਕਿਹਾ ਗੁਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਭੇਜਿਆ ਹੈ ਆਪ ਜੀ ਨੂੰ ਸਾਡੇ ਪਾਸ ਇਹ ਸੇਵਾ ਲੈਣੀ ਸੀ ਤੁਹਾਡੇ ਪਾਸੋਂ, ਤਾਂ ਕਰਕੇ ਉਸ ਸਤਿਗੁਰੂ ਜੀ ਨੇ ਆਪ ਹੀ ਤੁਹਾਨੂੰ ਸਾਡੇ ਪਾਸ ਭੇਜਿਆ ਹੈ। ਇਹਦਾ ਆਸ਼ੀਰਵਾਦ ਦਿੱਤਾ ਏ ਵੀ ਤੁਸੀਂ ਗੁਰ ਦਿੱਤੇ ਆਏ, ਤੁਸੀਂ ਗੁਰੂ ਦੇ ਦਿੱਤੇ ਹੋਏ ਸਾਡੇ ਕੋਲ ਆਏ ਹੋ। ਇੱਦਾਂ ਕਹਿ ਕੇ ਇੱਥੋਂ ਵਿਦਾਇਗੀ ਦਿੱਤੀ ਹੈ। ਤੇ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਮੁੜ ਇੱਥੇ ਘੜਿਆਲ ਬਾਬੇ ਸੱਜਾ ਸਿੰਘ ਦੇ ਕੋਲ ਆ ਗਏ ਨੇ। ਇੱਥੇ ਆ ਕੇ ਇੱਕ ਦਿਨ ਵਿਚਾਰ ਕੀਤੀ, ਸਿਮਰਨ ਕਰਦੇ ਨੇ ਵਾਹਿਗੁਰੂ ਗੁਰਮੰਤਰ ਦਾ, ਗੁਰਬਾਣੀ ਪੜ੍ਹਦੇ, ਨਿਤਨੇਮ ਕਰਦੇ ਨੇ, ਗੁਰਬਾਣੀ ਦਾ ਅਭਿਆਸ ਵੀ ਕਰਦੇ ਨੇ। ਫਿਰ ਇੱਕ ਦਿਨ ਮਨ ਵਿੱਚ ਵਿਚਾਰ ਆਈ ਕਿ ਆਪਾਂ ਸਹਿਜ ਪਾਠਾਂ ਦੀ ਲੜੀ ਆਰੰਭ ਕਰੀਏ। ਕੋਈ ਬਹੁਤਾ ਜਪ ਤਪ ਤੇ ਕੀਤਾ ਨਹੀਂ, ਸਹਿਜ ਪਾਠ ਹੀ ਆਰੰਭ ਕਰ ਦਈਏ। ਇੰਨਾ ਮਹਾਂਪੁਰਖ ਜਪ ਤਪ ਕਰਦੇ ਤਾਂ ਵੀ ਕਹਿੰਦੇ ਕੁਝ ਨਹੀਂ ਕਰਦੇ ਅਸੀਂ। ਹੁਣ ਬਾਬੇ ਛੱਜਾ ਸਿੰਘ ਨੇ ਕੁਟੀਆ ਬਣਾਈ ਸੀ ਬਾਹਰ ਆਪਣੇ ਖੇਤਾਂ 'ਚ, ਉਹਦੇ ਲਾਗੇ ਇੱਕ ਕਮਰਾ ਬਣਾ ਦਿੱਤਾ ਤੇ ਕਮਰੇ ਦੇ ਵਿੱਚ ਸਤਿਗੁਰਾਂ ਦਾ ਪ੍ਰਕਾਸ਼ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਦੇਗ ਤਿਆਰ ਕਰਕੇ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੇ ਤੇ ਸ੍ਰੀ ਸਹਿਜ ਪਾਠ ਜੀ ਆਰੰਭ ਕਰ ਦਿੱਤੇ ਨੇ। ਇਹਨੂੰ ਆਪਾਂ ਖੁੱਲ੍ਹਾ ਪਾਠ ਵੀ ਕਹਿ ਦਿੰਦੇ ਹਾਂ, ਵੀ ਖੁੱਲ੍ਹਾ ਪਾਠ ਆਰੰਭ ਕੀਤਾ ਵੀ ਕਹਿ ਦਿੰਦੇ ਹਾਂ, ਸਧਾਰਨ ਪਾਠ ਵੀ ਕਹਿੰਦੇ ਆ, ਸਹਿਜ ਪਾਠ ਵੀ ਕਹਿੰਦੇ ਆ। ਸੋ ਇੱਦਾਂ ਜਦੋਂ ਸਹਿਜ ਪਾਠ ਜੀ ਸਧਾਰਨ ਪਾਠ ਆਰੰਭ ਕਰ ਦਿੱਤੇ, ਇੱਕ ਭੋਗ ਪੈ ਲੈਣਾ, ਫਿਰ ਆਰੰਭ ਕਰ ਦੇਣਾ, ਫਿਰ ਭੋਗ ਪੈ ਜਾਣਾ, ਫਿਰ ਆਰੰਭ ਕਰ ਦੇਣਾ, ਤੇ ਇੱਦਾਂ ਪਾਠ ਕਰੀ ਜਾਣਾ। ਜਦੋਂ ਕਿਸੇ ਨੇ ਆ ਜਾਣਾ ਨਾ ਕੋਲ, ਕਿਸੇ ਨੇ ਬਹਿ ਜਾਣਾ, ਕੋਈ ਗੱਲਾਂ ਕਰਨ ਵਾਲੇ ਨੇ ਕਹਿਣਾ ਪ੍ਰੇਮੀਆਂ 2-4 ਮਿੰਟ ਬੈਠਣ ਤੋਂ ਬਾਅਦ 'ਚ ਕਹਿਣਾ ਵੀ ਤੂੰ ਜਾ, ਬਸ ਹੁਣ ਮੇਰੇ ਕੋਲ ਸਮਾਂ ਨਹੀਂ ਹੈਗਾ ਗੱਲਾਂ ਕਰਨ ਦਾ,
2-4 ਮਿੰਟ ਤੋਂ ਵੱਧ ਨਹੀਂ ਸੀ ਕਿਸੇ ਨੂੰ ਕੋਲ ਬਹਾਲਦੇ, ਉਸੇ ਵੇਲੇ ਤੋਰ ਦਿੰਦੇ ਸਨ। ਤੇ ਫਿਰ ਜਾ ਕੇ ਗੁਰਬਾਣੀ ਪੜ੍ਹਨ ਲੱਗ ਪੈਣਾ। ਤੇ ਜਦੋਂ ਸਰੀਰ ਥੱਕਣਾ ਉਦੋਂ ਬਾਹਰ ਚਲੇ ਜਾਣਾ, ਤੁਰਨ ਫਿਰਨ ਜਾਣਾ, ਤੇ ਉਹ ਵੀ ਉਦੋਂ ਵੀ ਗੁਰਮੰਤਰ ਦਾ ਸਿਮਰਨ ਕਰੀ ਜਾਣਾ। ਸਵੇਰੇ 1 ਵਜੇ ਰਾਤ ਨੂੰ ਉੱਠਣਾ, ਨਿਤਨੇਮ ਕਰਕੇ ਤੇ ਨਿਤਨੇਮ ਤੋਂ ਬਾਅਦ ਵਿੱਚ ਗੁਰਬਾਣੀ ਪੜ੍ਹਦੇ ਰਹਿਣਾ। ਇੱਦਾਂ ਕਰਕੇ 2 ਸਾਲ ਤੱਕ ਲਗਾਤਾਰ ਸ੍ਰੀ ਸਹਿਜ ਪਾਠ ਆਰੰਭ ਕਰ ਲੈਂਦੇ, ਭੋਗ ਪਾ ਦਿੰਦੇ। ਇਹ ਨਹੀਂ ਵੀ ਹੁਣ ਅੱਜ ਤੋਂ ਆਰੰਭ ਹੋ ਗਿਆ, ਕੋਈ ਨਹੀਂ ਜਦੋਂ ਭੋਗ ਪਊ ਪਾ ਲਾਂਗੇ, ਇੱਦਾਂ ਨਹੀਂ, ਲਗਾਤਾਰ ਪੜ੍ਹੀ ਜਾਂਦੇ ਆ। ਜਿੰਨਾ ਵੀ ਸਮਾਂ ਮਿਲਦਾ ਵਿਚਾਰੀ ਜਾਂਦੇ, ਪੜ੍ਹੀ ਜਾਂਦੇ। ਇਹਦਾ 2 ਸਾਲ ਲੰਘ ਗਏ। ਉਸ ਵੇਲੇ ਗਰਮੀ ਬਹੁਤ ਜ਼ਿਆਦਾ ਏ, ਕੋਈ ਪੱਖਾ ਵੀ ਨਹੀਂ ਹੈਗਾ, ਏਸੀ ਤੇ ਛੱਡਿਆ, ਕਿਉਂਕਿ ਪਹਿਲਾਂ ਪੱਖੇ ਸੀ, ਛੋਟੇ ਪੱਖੇ, ਫਿਰ ਫਰਾਟੇ ਆਏ, ਫਰਾਟੇ ਤੋਂ ਅੱਗੇ ਵੱਡੇ ਪਰਾਂ ਵਾਲੇ ਕੂਲਰ ਆ ਗਏ, ਹੋਰ ਕੂਲਰ ਵੱਡੇ ਹੋ ਗਏ, ਹੁਣ ਏਸੀ ਹੋ ਗਏ। ਉਦੋਂ ਤਾਂ ਛੋਟੇ ਪੱਖੇ ਵੀ ਨਹੀਂ ਸੀਗੀ, ਲਾਈਟ ਵੀ ਹੈ ਨਹੀਂ ਸੀ। ਉਸ ਵੇਲੇ ਮਹਾਂਪੁਰਖ ਜਦੋਂ ਸਹਿਜ ਪਾਠ ਜੀ ਕਰਦੇ 2 ਸਾਲ ਹੋ ਗਏ। 3 ਸਾਲ ਦੀਆਂ ਗਰਮੀਆਂ ਆਈਆਂ ਤੇ ਸਰੀਰ ਤਿੜਕਣ ਲੱਗ ਪਿਆ, ਗਰਮੀ ਹੋਣ ਲੱਗ ਪਈ। ਸੋਚਿਆ ਵੀ ਇੱਕ ਤਾਂ ਸਰੀਰ ਜਿਹੜਾ ਤਿੜਕੀ ਜਾ ਰਿਹਾ ਹੈ, ਤੇ ਦੂਸਰਾ ਸਹਿਜ ਪਾਠਾਂ ਦੀ ਲੜੀ ਵੀ ਜਾਰੀ ਰਵੇ, ਪਾਠ ਵੀ ਕਰਦੇ ਰਹੀਏ, ਤੇ ਸਰੀਰ ਜਿਹੜਾ ਹੈ ਇਹ ਵੀ ਤਿੜਕਦਾ ਹੈ। ਇਸ ਕਰਕੇ ਮਹਾਂਪੁਰਖ ਸੋਚਿਆ ਵੀ ਸ਼ਿਮਲੇ ਜਿਹੜੇ ਉੱਥੇ ਚਲੇ ਜਾਈਏ, ਠੰਡਾ ਹੈ ਇਲਾਕਾ, ਉੱਥੇ ਸਰੀਰ ਵੀ ਸਹੀ ਹੋ ਜਾਵੇਗਾ, ਤੇ ਇਸੇ ਤਰ੍ਹਾਂ ਗੁਰਬਾਣੀ ਵੀ ਨਿਰੰਤਰ ਚੱਲਦਾ ਰਹੇਗਾ, ਸ੍ਰੀ ਸਹਿਜ ਪਾਠ। ਤੇ ਮਹਾਂਪੁਰਖਾਂ ਨੇ ਸ਼ਿਮਲੇ ਜਾਣ ਦਾ ਮਨ ਬਣਾ ਲਿਆ ਹੈ। ਸੋ ਇੱਥੋਂ ਤੱਕ ਦਾ ਜੋ ਪ੍ਰਸੰਗ ਹੈ ਉਹ ਆਪ ਜੀ ਨੇ ਕੱਲ੍ਹ ਸਰਵਣ ਕੀਤਾ ਸੀ। ਹੁਣ ਅਗਲਾ ਜਿਹੜਾ ਪ੍ਰਸੰਗ ਹੈ ਸ਼ਿਮਲੇ ਵਾਲਾ ਆਰੰਭ ਹੋਣ ਲੱਗਾ ਏ। ਆਪ ਜੀ ਸਰਵਣ ਕਰੋ ਜੀ। ਇਹ ਸਾਰੀ ਕਥਾ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੇ ਆਪ ਹੀ ਦੱਸੀ ਹੈ। ਲੇਖਕ ਈਸ਼ਰ ਸਿੰਘ ਜੀ ਨਾਹਰਾ ਗਿਆਨੀ ਹੋਏ ਨੇ ਦਿੱਲੀ ਦੇ, ਉਹਨਾਂ ਨੇ ਲਿਖਿਆ ਸੀ ਸਾਰਾ ਜੀਵਨ ਮਹਾਂਪੁਰਖਾਂ ਦਾ। ਉਂਝ ਇਹ ਗੱਲ ਹੈ ਵੀ ਇਹਨੂੰ ਪੜ੍ਹ ਕੇ ਵੀ ਜ਼ਿਆਦਾ ਜਾਣਿਆਂ ਨੂੰ ਸਮਝ ਨਹੀਂ ਆਉਂਦੀ, ਇਹਨੂੰ ਪੜ੍ਹ ਕੇ ਵੀ ਇਹਦੀ ਵਿਚਾਰ ਕਰਨੀ ਪੈਂਦੀ ਹੈ, ਤੇ ਵਿਚਾਰ ਕਰਕੇ ਤੇ ਫਿਰ ਇਹ ਜਿਹੜੇ ਜੀਵਨ ਦਾ ਪ੍ਰਸੰਗ ਫੇਰ ਬਣਦਾ ਹੈ। ਹੁਣ ਜਿਹੜੇ ਹਿਸਾਬ ਨਾਲ ਅਸੀਂ ਸੁਣਾਣੇ ਪ੍ਰਸੰਗ ਬਣਾ ਕੇ ਸੁਣਾ ਰਹੇ ਹਾਂ, ਜਿਹੜੇ ਹਿਸਾਬ ਨਾਲ ਲਿਖਿਆ ਇਹ ਜੇ ਉਹ ਆਮ ਬੰਦਾ ਪੜ੍ਹਦਾ ਨੂੰ ਨਹੀਂ ਸਮਝ ਆਉਂਦੀ, ਸੁਣ ਕੇ ਸਮਝ ਛੇਤੀ ਆਉਂਦੀ ਹੈ। ਹੁਣ ਸ਼ਿਮਲੇ ਵੱਲ ਨੂੰ ਮਹਾਂਪੁਰਖ ਗਏ, ਪਹਿਲੀ ਵਾਰ ਸ਼ਿਮਲੇ ਗਏ ਮਹਾਂਪੁਰਖ, ਤੇ ਸ਼ਿਮਲੇ ਜਾ ਕੇ ਤੇ ਠਹਿਰੇ ਹਨ ਨਾਭਾ ਹਾਊਸ। ਸ਼ਿਮਲੇ ਨਾਭਾ ਹਾਊਸ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਠਹਿਰੇ ਹਨ। ਤੇ ਉਸ ਸਮੇਂ ਉੱਥੇ ਸੀ ਭਾਈ ਚੰਦਾ ਸਿੰਘ ਜੀ, ਜਿਹੜੇ ਉੱਥੋਂ ਦੇ ਗ੍ਰੰਥੀ ਸਨ, ਉਹਨਾਂ ਦੇ ਪਾਸ ਚਲੇ ਗਏ। ਤੇ ਜਦੋਂ ਉੱਥੇ ਪਹੁੰਚੇ, ਉੱਥੇ ਜਾ ਕੇ ਵੀ ਮਹਾਂਪੁਰਖਾਂ ਨੇ ਆਪਣੇ ਨਿਯਮ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਬਾਣੀ ਦੇ ਸਹਿਜ ਪਾਠ ਆਰੰਭ ਕਰ ਦਿੱਤੇ। ਸੋ ਜਦੋਂ ਭਾਈ ਚੰਦਾ ਸਿੰਘ ਜੀ ਜਿਹੜੇ ਸੀ ਗ੍ਰੰਥੀ ਸਿੰਘ ਉੱਥੋਂ ਦੇ, ਇਹਨਾਂ ਨੇ ਜਦੋਂ ਵੇਖਿਆ ਵੀ ਚੰਗਾ ਪ੍ਰੇਮੀ ਆ ਸੰਤ ਬਾਬਾ ਗੁਰਬਖਸ਼ ਸਿੰਘ ਜੀ, ਵੀ ਜਿਹੜਾ ਸਰੀਰ ਆਇਆ ਇਹ ਚੰਗੇ ਪ੍ਰੇਮੀ ਆ, ਗੁਰਬਾਣੀ ਪੜ੍ਹਦੇ ਆ, ਸਹਿਜ ਪਾਠ ਆਰੰਭ ਕਰ ਲੈਣਾ ਗੁਰਦੁਆਰਾ ਸਾਹਿਬ, ਨਾਲੇ ਸਹਿਜ ਪਾਠ ਦੀ ਗੁਰਬਾਣੀ ਪੜ੍ਹਨੀ, ਪੜ੍ਹਦੇ ਚੁੱਪ ਕੀਤੇ ਆ, ਮਤਲਬ ਕਿਸੇ ਨੂੰ ਦੱਸਦੇ ਨਹੀਂ ਹੈ, ਬਹਿ ਜਾਂਦੇ ਤਾਬਿਆਂ ਵਿੱਚ ਪਾਠ ਕਰੀ ਜਾਂਦੇ ਨੇ, ਸੁਣਨ ਵਾਲੇ ਸੁਣੀ ਜਾਂਦੇ ਨੇ। ਤੇ ਮਹਾਂਪੁਰਖ ਆਪਣਾ ਸਮਾਂ ਜਿਹੜਾ ਹੈ ਉਹ ਜ਼ਿਆਦਾ ਸਹਿਜ ਪਾਠ ਵਿੱਚ ਲਾਉਂਦੇ ਨੇ। ਫਿਰ ਉਸ ਤੋਂ ਉਪਰੰਤ ਸੇਵਾ ਕਰਦੇ ਨੇ ਗੁਰਦੁਆਰਾ ਸਾਹਿਬ ਵਿਖੇ। ਤੇ ਭਾਈ ਚੰਦਾ ਸਿੰਘ ਜੀ ਜਿਹੜੇ ਨਾ, ਉਹਨਾਂ ਦੇ ਨਾਲ ਜਦੋਂ ਸੇਵਾ ਕਰਾਉਂਦੇ ਆ, ਉਹ ਮਹਾਂਪੁਰਖਾਂ ਦਾ ਬੜਾ ਖਿਆਲ ਰੱਖਦੇ ਆ ਵੀ ਇਹ ਜਿਹੜੇ ਸਿੰਘ ਆਏ ਆ ਇਹ ਚੰਗੇ ਸੇਵਾ ਕਰਨ ਵਾਲੇ ਆ। ਮਹਾਂਪੁਰਖਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਆ ਤੇ ਖਿਆਲ ਰੱਖਦੇ ਆ। ਸੋ ਚੰਗੇ ਗ੍ਰੰਥੀ ਸਿੰਘ ਸਨ ਉਹ। ਸੁਣ ਇੱਥੇ ਆ ਕਰਕੇ 3 ਸਾਲ ਹੋ ਗਿਆ ਏ, ਤੇ ਮਹਾਂਪੁਰਖਾਂ ਨੇ ਸ੍ਰੀ ਸਹਿਜ ਪਾਠ ਇੱਥੇ ਵੀ ਉਸੇ ਤਰ੍ਹਾਂ ਆਰੰਭ ਕਰ ਦਿੱਤੇ ਆ। 100 ਦੇ ਲਗਭਗ ਜਿਹੜੇ ਮਹਾਂਪੁਰਖ ਭੋਗ ਪਾ ਚੁੱਕੇ ਆ ਸ੍ਰੀ ਸਹਿਜ ਪਾਠ ਦੇ 2 ਸਾਲਾਂ ਤੱਕ। ਤੇ 3 ਸਾਲ ਜਿਹੜਾ ਚੜ੍ਹਿਆ ਉਹ ਸ਼ਿਮਲੇ ਚਲੇ ਗਏ। 100 ਦੇ ਕਰੀਬ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾ ਦਿੱਤੇ ਹਨ ਪੜ੍ਹ ਕੇ, ਤੇ ਅਜੇ ਆਰੰਭਤਾ ਅੱਗੇ ਜਾਰੀ ਹੈ, ਅਜੇ ਪੜ੍ਹੀ ਜਾਂਦੇ ਆ। ਸੋ ਹੁਣ ਸ਼ਿਮਲੇ ਆਇਆਂ ਨੂੰ ਮਹਾਂਪੁਰਖਾਂ ਨੂੰ ਅਜੇ ਬਹੁਤਾ ਚਿਰ ਨਹੀਂ ਹੋਇਆ,
ਤੇ ਨਾ ਹੀ ਇੱਥੋਂ ਦੀ ਸੰਗਤ ਜਿਹੜੀ ਹੈ ਗੁਰਦੁਆਰਾ ਸਾਹਿਬ ਸਿੰਘ ਸਭਾ ਦੇ ਨਾਲ ਅਜੇ ਕੋਈ ਸੰਗਤਾਂ ਦੇ ਨਾਲ ਬਹੁਤਾ ਮੇਲ ਜੋਲ ਨਹੀਂ ਬਣਿਆ। ਕਿ ਸੰਗਤ ਆਉਂਦੀ ਹੈ ਗੁਰੂ ਘਰ, ਆਉਂਦਿਆਂ ਨੂੰ ਤਾਬਿਆ ਬੈਠ ਕੇ ਤੇ ਗੁਰਬਾਣੀ ਪੜ੍ਹਨ ਦੇ ਹੁੰਦੇ ਆ, ਸੰਗਤ ਮੱਥਾ ਟੇਕ ਕੇ ਚਲੇ ਜਾਂਦੀ ਹੈ। ਜਾਂ ਮਹਾਂਪੁਰਖ ਕੋਈ ਸੇਵਾ ਕਰਾਉਣ ਦੇ ਹੁੰਦੇ ਆ ਜਾਂ ਸਿਮਰਨ ਕਰਨ ਦੇ ਹੁੰਦੇ, ਅੱਗੇ ਪਿੱਛੇ ਜਾਂਦੇ, ਕਿਸੇ ਨਾਲ ਕੂੰਦੇ ਬੋਲਦੇ ਨਹੀਂ ਬਹੁਤਾ ਅਜੇ, ਵੀ ਕਿਸੇ ਨਾਲ ਬਹੁਤੀ ਵਾਕ ਵੀ ਨਹੀਂ ਹੈ ਗੁਰਦੁਆਰੇ ਸਾਹਿਬ ਆਉਣ ਵਾਲੀ ਸੰਗਤ ਨਾਲ, ਤੇ ਬਹੁਤਾ ਚਿਰ ਵੀ ਨਹੀਂ ਹੋਇਆ। ਤੇ ਅਜੇ ਕੋਈ ਮਹਾਂਪੁਰਖਾਂ ਦਾ ਆਪਣਾ ਜਥਾ ਵੀ ਨਹੀਂ ਹੈ, ਕੋਈ ਕੀਰਤਨੀ ਜਥਾ ਜਿਹੜਾ ਨਾ ਮਹਾਂਪੁਰਖਾਂ ਦਾ, ਉਹ ਵੀ ਕੋਈ ਸਾਜੀ ਨਾਲ ਨਹੀਂ ਹੈ, ਕਿਉਂਕਿ ਮਹਾਂਪੁਰਖ ਕੀਰਤਨ ਵੀ ਕਰ ਲੈਂਦੇ ਨੇ, ਕਥਾ ਵੀ ਕਰ ਲੈਂਦੇ ਨੇ, ਤੇ ਨਾ ਹੀ ਉਦੋਂ ਕੋਈ ਕੀਰਤਨ ਵਾਲਾ ਜਥਾ ਹੈ ਮਹਾਂਪੁਰਖਾਂ ਦੇ ਨਾਲ, ਤੇ ਨਾ ਉੱਥੇ ਕਥਾ ਹੀ ਕਰਦੇ ਆ, ਕੇਵਲ ਸਹਿਜ ਪਾਠ ਹੀ ਕਰਦੇ ਆ ਤੇ ਜਾਂ ਸੇਵਾ ਕਰਾਉਂਦੇ, ਹੋਰ ਕਿਸੇ ਨੂੰ ਕੁਝ ਗੱਲ ਨਹੀਂ ਕਰਦੇ। ਸੋ ਇੱਦਾਂ ਉੱਥੇ ਰਹਿ ਰਹੇ ਨੇ। ਤੇ ਜਦੋਂ ਸਮਾਂ ਮਿਲਦਾ ਇਕਾਂਤ ਵਿੱਚ ਬਹਿ ਕਰਕੇ ਤੇ ਸਿਮਰਨ ਕਰਦੇ ਨੇ, ਪਾਠਾਂ ਦਾ ਅਭਿਆਸ ਕਰਦੇ ਨੇ। ਪਰ ਪੂਰਨ ਗੁਰਸਿੱਖਾਂ ਵਾਲੇ ਗੁਣ ਨੇ, ਧੀਰਜ, ਧਰਮ, ਦਇਆ, ਸੰਤੋਖ ਮਹਾਂਪੁਰਖਾਂ ਦੇ ਵਿੱਚ ਮੌਜੂਦ ਸਨ। ਭਾਵੇਂ ਕਿਸੇ ਨੂੰ ਅਜੇ ਕਥਾ ਨਹੀਂ ਸੁਣਾਉਂਦੇ, ਕਿਸੇ ਨੂੰ ਕੀਰਤਨ ਨਹੀਂ ਸੁਣਾਉਂਦੇ, ਕੇਵਲ ਸਹਿਜ ਪਾਠ ਹੀ ਕਰਦੇ ਆ। ਜਿਵੇਂ ਕੋਈ ਵੀ ਖੰਡ ਪਾਠੀ ਸਿੰਘ ਪਾਠ ਕਰੇ, ਇੱਦਾਂ ਪਾਠ ਕਰਦੇ ਆ, ਪਰ ਉਹਨਾਂ ਦੇ ਵਿੱਚ ਜਿਹੜੇ ਸ਼ੁਭ ਗੁਣੇ ਆ, ਧੀਰਜ ਵਾਲਾ, ਧੀਰਜ, ਧਰਮ, ਦਇਆ, ਸੰਤੋਖ, ਉਹ ਮਹਾਂਪੁਰਖਾਂ ਵਿੱਚ ਮੌਜੂਦ ਨੇ। ਜਿਸ ਤੇ ਸਿੰਘ ਸਭਾ ਗੁਰਦੁਆਰਾ ਸਾਹਿਬ ਸ਼ਿਮਲੇ ਦੇ ਜੇ ਸਿਆਣੇ ਗੁਰਸਿੱਖ ਆ ਨਾ, ਜਾਂ ਜਿਹੜੇ ਪਾਰਖੂ ਪ੍ਰਬੰਧਕ ਆ, ਜਿਹੜੇ ਪ੍ਰਬੰਧਕ ਗੁਰਦੁਆਰੇ ਸਾਹਿਬ ਦੇ ਪਾਰਖੂ ਹੋਣ ਨਾ, ਉਹਨਾਂ ਦੀ ਨਜ਼ਰ ਵਿੱਚ ਹੌਲੀ ਹੌਲੀ ਨਿਰਮਲ ਜੀਵਨ ਦੇ ਸੰਤ ਸ਼ਿਮਲੇ ਵਾਲੇ ਉਸ ਵੇਲੇ ਸਮਝੇ ਜਾਣ ਲੱਗੇ ਵੀ ਇਹ ਨਿਰਮਲ ਜੀਵਨ, ਪਵਿੱਤਰ ਜੀਵਨ ਵਾਲੇ ਇਹ ਕੋਈ ਚੰਗੇ ਸੰਤ ਆ। ਤੇ ਇਹਨਾਂ ਨੂੰ ਸ਼ਿਮਲੇ ਵਾਲੇ ਜਾਣਨ ਲੱਗੇ ਉੱਥੇ, ਕਿਉਂਕਿ ਬਾਕੀ ਤੇ ਛੁੱਟੀਆਂ ਕੱਟਣ ਜਦੋਂ ਦਿੱਲੀ ਵਿੱਚ ਜਿਹੜੇ ਗਰਮੀ ਪੈਣ ਤੇ ਜਿੰਨੇ ਦਿੱਲੀ ਵਾਲੇ ਅਫਸਰ ਆ, ਅੰਗਰੇਜ਼ ਗੋਰੇ ਆ, ਜਾਂ ਉਦੋਂ ਅੰਗਰੇਜ਼ ਦਾ ਰਾਜ ਹੈ ਨਾ, ਜਾਂ ਵੱਡੇ ਅਫਸਰ ਸੀ, ਸਾਰੇ ਉਹ ਸ਼ਿਮਲੇ ਚਲੇ ਜਾਂਦੇ ਸਨ। ਦਿੱਲੀ ਜਦੋਂ ਗਰਮੀ ਹੋ ਜਾਵੇ ਉਹ ਸ਼ਿਮਲੇ ਚਲੇ ਜਾਂਦੇ ਸਨ, ਕਿਉਂਕਿ ਅੰਗਰੇਜ਼ ਜਿਹੜੇ ਬਹੁਤੀ ਗਰਮੀ ਨਹੀਂ ਸਹਾਰਦੇ, ਉਦੋਂ ਸ਼ਿਮਲੇ ਨੂੰ ਚਲੇ ਜਾਂਦੇ ਸਨ। ਵੱਡੇ ਅਫਸਰ ਵੀ ਸਾਰੇ ਉੱਥੇ ਚਲੇ ਜਾਂਦੇ ਸੀ, ਤੇ ਨਾਭਾ ਹਾਊਸ ਵਿੱਚ ਬਹੁਤੇ ਅਫਸਰ ਰਹਿੰਦੇ ਸਨ। ਸੋ ਉੱਥੇ ਹੁਣ ਮਹਾਂਪੁਰਖਾਂ ਨੂੰ, ਕਿਉਂਕਿ ਜਦੋਂ ਹਰ ਕੋਈ ਵੇਖਦਾ ਵੀ ਚੰਗੇ ਗੁਣ ਵਾਲੇ ਆ, ਵੀ ਚੰਗੇ ਪ੍ਰੇਮੀ ਆ, ਸੰਤੋਖੀ ਆ, ਧੀਰਜ ਧਰਮ ਵਾਲੇ ਆ, ਸੋਹਣਾ ਬੋਲਦੇ ਆ, ਪ੍ਰੇਮ ਨਾਲ ਰਹਿੰਦੇ ਆ। ਭਾਈ ਚੰਦਾ ਸਿੰਘ ਜੀ ਗ੍ਰੰਥੀ ਸਿੰਘ ਵੀ ਇਹਨਾਂ ਨਾਲ ਪ੍ਰੇਮ ਰੱਖਦੇ ਆ, ਉਹਨਾਂ ਨਾਲ ਵੀ ਮੇਲ ਜੋਲ ਭਾਵ ਪ੍ਰੇਮ ਨਾਲ ਰਹਿੰਦੇ ਆ। ਸੋ ਇੱਦਾਂ ਕਰਕੇ ਜਿਹੜੀ ਸੰਗਤ ਹੈ ਨਾ, ਉਹ ਫਤਿਹ ਗਜਾਉਂਦੀ ਹੈ। ਉਦੋਂ ਵੱਧ ਜੇ ਕੋਈ ਗੱਲ ਨਹੀਂ ਕਰਦੇ, ਫਤਿਹ ਗਜਾਉਂਦੇ ਨੇ ਵੀ ਸਿੰਘ ਬਾਣੀ ਪੜ੍ਹਨ ਵਾਲਾ ਹੈ। ਸੋ ਇੱਦਾਂ ਸਮਾਂ ਲੰਘ ਰਿਹਾ ਹੈ। ਸੋ ਇਹਨਾਂ ਦਿਨਾਂ ਦੇ ਵਿੱਚ ਸੰਤ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਆਪ, ਤੇ ਇੱਕ ਉਹਨਾਂ ਦੇ ਨਾਲ ਢੋਲਕ ਵਾਲਾ, ਉਹਨਾਂ ਦਾ ਸੇਵਾਦਾਰ, ਉਹਨਾਂ ਦਾ ਸੇਵਕ ਈਸਰ ਸਿੰਘ, ਤੇ ਦੋ ਉਹਨਾਂ ਦੇ ਨਾਲ ਉਹ ਚੁੰਮਟੇ ਵਾਲੇ ਪ੍ਰੇਮੀ ਸਨ। ਤੇ ਇੱਧਰ ਕਸ਼ਮੀਰ ਤੇ ਸ੍ਰੀਨਗਰ ਦੇ ਜਿਹੜੇ ਉਸ ਵੇਲੇ ਗੁਰਸਿੱਖ ਸੀ ਨਾ, ਮੁਖੀਏ ਪ੍ਰਬੰਧਕ, ਉਹ ਸੰਤ ਬਾਬਾ ਅਤਰ ਸਿੰਘ ਜੀ ਨੂੰ ਆ ਕੇ ਤੇ ਆਪਣੇ ਨਾਲ ਸ੍ਰੀਨਗਰ ਲੈ ਗਏ ਕਿ ਮਹਾਂਪੁਰਖੋ ਆਓ, ਕਸ਼ਮੀਰ ਤੇ ਸ੍ਰੀਨਗਰ ਚੱਲੋ, ਆ ਕੇ ਇੱਧਰ ਅੰਮ੍ਰਿਤ ਸੰਚਾਰ ਕਰਾਓ, ਤੇ ਨਾਲ ਇੱਧਰ ਦੀਵਾਨ ਲਾਓ ਆ ਕੇ। ਤੇ ਮਹਾਂਪੁਰਖ ਉਦੋਂ ਨਾਲ ਦੋ ਚੁੰਮਟੇ ਵਾਲੇ, ਇੱਕ ਢੋਲਕ ਵਾਲਾ ਭਾਈ ਈਸਰ ਸਿੰਘ ਜਿਹੜਾ ਪੱਕਾ ਨਾਲ ਰਹਿੰਦਾ ਮਹਾਂਪੁਰਖ ਬਾਬਾ ਅਤਰ ਸਿੰਘ ਸਾਹਿਬ ਜੀ ਦੇ, ਉਹਨੂੰ ਨਾਲ ਲੈ ਕੇ ਤੇ ਸੰਤ ਬਾਬਾ ਅਤਰ ਸਿੰਘ ਜੀ ਸ੍ਰੀਨਗਰ ਚਲੇ ਗਏ ਨੇ। ਤੇ ਸੰਤ ਜੀ ਦੇ ਜਿਹੜੇ ਸ੍ਰੀਨਗਰ ਆਉਣ ਦੀ ਖਬਰ ਹੈ, ਇਹ ਲਾਗੇ ਲਾਗੇ ਦੇ ਪਿੰਡ ਵਾਸੀਆਂ, ਨਗਰਾਂ ਦੇ ਵਿੱਚ, ਪਹਾੜੀ ਵਸਦੇ ਗੁਰਸਿੱਖਾਂ ਦੇ ਵਿੱਚ ਜਦੋਂ ਪਤਾ ਲੱਗਾ, ਉਹ ਸਾਰੇ ਸੁਣ ਕੇ ਖਿੜ ਗਏ ਵੀ ਮਹਾਂਪੁਰਖ ਆਏ, ਖੁਸ਼ ਹੋ ਗਏ।
ਸਮੂਹ ਸੰਗਤਾਂ ਨੇ ਮਹਾਂਪੁਰਖਾਂ ਦੇ ਦਰਸ਼ਨਾਂ ਦਾ ਲਾਭ ਪ੍ਰਾਪਤ ਕੀਤਾ। ਹਜ਼ਾਰਾਂ ਦੀ ਗਿਣਤੀ ਨੇ ਉੱਥੇ ਅੰਮ੍ਰਿਤ ਛਕਿਆ ਜਦੋਂ ਮਹਾਂਪੁਰਖਾਂ ਦੀਵਾਨ ਸਜਾਏ। ਸੈਂਕੜੇ ਲੋਕ ਜਿਹੜੇ ਉਹ ਸਹਿਜ ਧਾਰੀ ਕੇਸਾਂ ਧਾਰੀ ਬਣੇ। ਜਿਹੜੇ ਪਤਤ ਸੀ, ਜਿਹੜੇ ਕੇਸ ਕਤਲ ਕਰਦੇ ਸੀ, ਮਹਾਂਪੁਰਖਾਂ ਦਾ ਦੀਵਾਨ ਸੁਣ ਕੇ ਸੰਤ ਬਾਬਾ ਅਤਰ ਸਿੰਘ ਜੀ ਪਾਸੋਂ ਤੇ ਉਹਨਾਂ ਨੇ ਕੇਸ ਰੱਖ ਲਏ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਅੰਮ੍ਰਿਤ ਛਕ ਲਏ। ਉਸ ਸਮੇਂ ਪ੍ਰਚਾਰ ਮਹਾਂਪੁਰਖਾਂ ਦੇ ਕੋਲੋਂ ਸਰਵਣ ਕਰਕੇ। ਤੇ ਸ੍ਰੀਨਗਰ ਦੀ ਜਿਹੜੀ ਸੰਗਤ ਹੈ, ਸੰਗਤਾਂ ਵੱਲੋਂ ਮਹਾਂਪੁਰਖਾਂ ਦੀ ਟਹਿਲ ਸੇਵਾ ਵਿੱਚ ਕੋਈ ਵੀ ਕਸਰ ਨਹੀਂ ਰੱਖੀ ਜਾਂਦੀ। ਭਾਵ ਬੜੀ ਸੰਗਤ ਜਿਹੜੀ ਉਧਰ ਦੀ ਸੇਵਾ ਕਰਦੀ ਹੈ ਮਹਾਂਪੁਰਖਾਂ ਦੀ। ਨਗਦੀ ਮਾਇਆ, ਫਲ, ਮਠਿਆਈਆਂ, ਕੰਬਲ, ਦੁਸ਼ਾਲੇ, ਬੜੀਆਂ ਭੇਟਾਂ ਆਉਂਦੀਆਂ ਨੇ ਤੇ ਮਹਾਂਪੁਰਖ ਗਾੜੀ ਹੋਰ ਲੋੜਵੰਦਾਂ ਨੂੰ ਵੰਡੀ ਜਾਂਦੇ ਆ। ਜਿਹੜਾ ਕੋਈ ਲੋੜਵੰਦ ਆ ਉਹਨੂੰ ਫੜਾਈ ਜਾਂਦੇ ਆ ਵੀ ਲੈ ਜਾ ਭਾਈ। ਸੋ ਇਹਦਾ ਅਸਰ ਇਹ ਹੋਇਆ ਕਿ ਸ਼ੁਰੂ ਵਿੱਚ ਤੇ ਸੰਤ ਬਾਬਾ ਅਤਰ ਸਿੰਘ ਜੀ ਦੇ ਨਾਲ 3 ਹੀ ਜਾਣੇ ਸੀ। ਜਦੋਂ ਗਏ ਆ ਨਾ ਇੱਥੋਂ, ਇੱਕ ਢੋਲਕ ਵਾਲਾ ਤੇ 2 ਚਿਮਟੇ ਵਾਲੇ। ਹੁਣ ਜਦੋਂ ਉਧਰ ਪਹੁੰਚੇ ਆ, ਮਹਾਂਪੁਰਖਾਂ ਨੇ ਪ੍ਰਚਾਰ ਕੀਤਾ ਹੈ ਤੇ ਮਹਾਂਪੁਰਖਾਂ ਦੇ ਨਾਲ ਇੱਧਰੋਂ ਜਿਹੜੇ ਹੋਰ ਸੰਤ ਮੰਡਲੀਆਂ ਗਈਆਂ ਸੀ ਨਾ, ਉਹ ਸਾਰੇ ਹੀ ਰਲ ਗਏ। ਰਲ ਤਾਂ ਗਏ ਕਿਉਂਕਿ ਖਾਣ ਪੀਣ ਵਾਸਤੇ ਦੋਵੇਂ ਸਮੇਂ ਚੰਗਾ ਪ੍ਰਸ਼ਾਦਾ, ਚੰਗੇ ਪਦਾਰਥ ਸੰਤਾਂ ਦਾ ਕਰਕੇ ਤਿਆਰ ਹੁੰਦੇ ਆ। ਜਿਹੜੇ ਉੱਦਾਂ ਗਏ ਸੀ ਨਾ ਇੱਧਰੋਂ ਉੱਧਰ ਸਮਾਂ ਕੱਢਣ ਵਾਸਤੇ, ਤੁਰੇ ਫਿਰਦੇ, ਕੋਈ ਇੱਧਰੋਂ ਚਲ ਗਿਆ, ਕੋਈ ਉੱਧਰੋਂ ਚਲ ਗਿਆ, ਉਹ ਜਿੰਨੇ ਸੰਤ ਮੰਡਲੀ ਜਿਹੜੇ ਉੱਦਾਂ ਤੁਰੇ ਫਿਰਦੇ ਉਹ ਸਾਰੇ ਹੀ ਨਾਲ ਉੱਥੇ ਜਾ ਕੇ ਰਲ ਗਏ। ਜਿਹੜੇ ਸਮਾਂ ਗੁਜ਼ਾਰਨ ਵਾਲੇ ਸੀ ਨਾ ਉਹ ਵੀ ਜਾ ਰਲੇ ਨਾਲ। ਸੋ ਇੱਦਾਂ ਤੇ ਬਹੁਤ ਜ਼ਿਆਦਾ ਹੋ ਗਏ। ਮਹਾਂਪੁਰਖਾਂ ਨੇ ਨਾਲ ਖੜੇ ਸੀ 3 ਜਾਣੇ। ਇੱਧਰ 100 ਦੇ ਕਰੀਬ ਉੱਥੇ ਹੋਰ ਮਹਾਂਪੁਰਖਾਂ ਨਾਲ ਰਲ ਗਿਆ। ਕੋਈ ਇੱਧਰੋਂ ਆਣ ਰਲਿਆ, ਕੋਈ ਇੱਧਰੋਂ ਆਣ ਰਲਿਆ। ਕੋਈ ਚੰਗੇ ਪਦਾਰਥ ਮਿਲਦੇ ਆ ਦੋਵੇਂ ਸਮੇਂ ਖਾਣ ਨੂੰ, ਤੇ ਉਹ ਵੀ ਫ੍ਰੀ ਦੇ ਵਿੱਚ ਸੰਗਤਾਂ ਸੇਵਾ ਕਰਦੀਆਂ ਵਾਧੂ ਮਹਾਂਪੁਰਖਾਂ ਦੀ। ਤੇ ਬਾਬਾ ਅਤਰ ਸਿੰਘ ਜੀ ਜਿਹੜੇ ਨਾ ਬੜੇ ਦਾਨੇ ਤੇ ਨੀਤੀ ਨਿਪੁੰਨ ਵੀ ਸੀ। ਮਹਾਂਪੁਰਖ ਜਿਹੜੇ ਬੜੇ ਸਿਆਣੇ ਸੀਗੇ। ਉਹਨਾਂ ਨੂੰ ਇਹ ਗੱਲ ਜਿਹੜੀ ਹੈ ਨਾ ਉਹ ਪਸੰਦ ਨਾ ਆਈ ਮਹਾਂਪੁਰਖਾਂ ਨੂੰ ਵੀ ਇਹ ਕੀ ਬਣਿਆ ਵੀ ਇਹਨਾਂ ਕਾਰਨ ਕਸ਼ਮੀਰ ਦੀਆਂ ਸੰਗਤਾਂ 'ਤੇ ਵਾਧੂ ਹੀ ਬੋਝ ਪੈ ਗਿਆ। ਅਸੀਂ ਤਾਂ 4 ਜਾਣੇ ਆਏ ਸੀ ਪ੍ਰਚਾਰ ਕਰਨ ਵਾਸਤੇ ਤੇ ਇੱਥੇ ਤੇ 100 ਜਣਾ ਹੋਰ ਰਲ ਗਿਆ ਨਾਲ ਆ ਕੇ। ਤੇ ਉਹ ਵੀ ਬਹਿ ਜਾਣਾ ਪਏ ਸੀ ਸਾਰੇ ਬਾਬਾ ਅਤਰ ਸਿੰਘ ਸਾਹਿਬ ਜੀ ਦੇ ਨਾਲ ਦੇ ਹੀ ਆ। ਤੇ ਉਹ ਬਹਿ ਜਾਣਾ ਪੰਗਤਾਂ ਲਾ ਕੇ ਗਾੜੀ, ਕਿਉਂਕਿ ਸੰਗਤ ਦੇ ਵਿੱਚ ਤੇ ਕੋਈ ਵੀ ਬਹਿ ਸਕਦਾ ਹੈ। ਇਹ ਸੰਗਤ ਨਹੀਂ, ਇਹ ਸਾਧੂ ਬਣ ਕੇ ਉੱਥੇ ਇਹਨਾਂ ਨੇ ਬਹਿ ਜਾਣਾ। ਹੁਣ ਮਹਾਂਪੁਰਖ ਕਹਿੰਦੇ ਵੀ ਆਏ ਆ ਸਾਧੂ ਨਾਲ, ਸਾਡੇ ਨਾਲ ਆਏ ਨਹੀਂ, ਹੁਣ ਆ ਕੇ ਹਰ ਥਾਂ 'ਤੇ ਬਹਿ ਜਾਂਦੇ ਆ। ਤੇ ਸੰਗਤ ਕੀ ਸੋਚੇਗੀ ਵੀ ਮਹਾਂਪੁਰਖ ਇੰਨੇ ਜਾਣੇ ਨਾਲ ਲਈ ਫਿਰਦੇ ਆ। ਹੁਣ ਸਾਰੇ ਸਿਮਰਨ ਕਰਨ ਵਾਲੇ ਥੋੜ੍ਹਾ ਹੁੰਦੇ ਆ, ਪ੍ਰਸ਼ਾਦੇ ਛਕਣ ਵਾਲੇ ਬਹੁਤੇ ਹੁੰਦੇ ਆ। ਜਿਹੜਾ ਸਮਾਂ ਪਾਸ ਕਰਨ ਵਾਲੇ ਵੀ ਚੱਲ ਪ੍ਰਸ਼ਾਦਾ ਪਾਣੀ ਚੰਗਾ ਮਿਲਦਾ ਜਾਵੇ। ਕਈ ਚੰਗੇ ਪ੍ਰਸ਼ਾਦੇ ਨੂੰ ਵੀ ਸਾਧੂ ਬਣ ਕੇ ਬਹਿ ਜਾਂਦੇ ਆ। ਕਈ ਕੰਮ ਧੰਦੇ ਤੋਂ ਡਰਦੇ ਵੀ ਸਾਧੂ ਬਣ ਜਾਂਦੇ ਆ। ਹੁਣ ਸਾਰੇ ਬੰਦਗੀ ਵਾਲੇ ਥੋੜ੍ਹਾ ਹੁੰਦੇ ਆ। ਹਰ ਕੋਈ ਪੱਥਰ ਜਿਹੜਾ ਉਹ ਪਾਰਸ ਨਹੀਂ ਹੁੰਦਾ। ਪੱਥਰ ਵਾਧੂ ਹੁੰਦੇ ਨਾ, ਹਰ ਕੋਈ ਪਾਰਸ ਥੋੜ੍ਹਾ ਹੁੰਦਾ ਹੈ। ਪਾਰਸ ਕਿਤੇ ਵਿਰਲਾ, ਕਿਤੇ ਇੱਕ ਹੁੰਦਾ ਏ। ਇਸੇ ਤਰ੍ਹਾਂ ਤੁਰੇ ਵਾਧੂ ਫਿਰਦੇ ਆ, ਪਰ ਅਸਲੀ ਸਾਧੂ ਕਿਤੇ ਇੱਕ ਦਾ ਹੀ ਹੁੰਦਾ ਏ, ਇੱਕ ਹੀ ਹੁੰਦਾ ਏ। ਸਾਰੇ ਸਾਧੂ ਜਿਹੜੇ ਕਿਤੇ ਉਹ ਰੱਬ ਨਾਲ ਜੁੜੇ ਨਹੀਂ ਹੁੰਦੇ। ਸਭ ਨੇ ਰੱਬ ਨੂੰ ਪ੍ਰਾਪਤ ਨਹੀਂ ਕੀਤਾ ਹੁੰਦਾ, ਕਿਉਂਕਿ ਮਹਾਰਾਜ ਜੀ ਤੇ ਸਤਿਗੁਰੂ ਜੀ ਦੀ ਗੁਰਬਾਣੀ ਦਾ ਵੀ ਫਰਮਾਨ ਹੈ ਨਾ ਵੀ ਕੋਟਨ ਮੈਂ ਨਾਨਕ ਕਹੂੰ ਨਾਰਾਇਣ ਜਿਹੇ ਚੀਤ, ਤੇ ਕਰੋੜਾਂ ਦੇ ਵਿੱਚ। ਬਾਕੀ ਇਹ ਅਵਸਥਾ ਜਿਹੜੀਆਂ ਨੇ ਉਹ ਸਾਰਿਆਂ ਦੀਆਂ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ। ਕੋਈ ਉੱਚੀ ਅਵਸਥਾ ਦਾ, ਕੋਈ ਅਜੇ ਰਮਤਾ ਹੀ ਹੋਈ ਹੈ। ਪਰ ਹੁਣ ਕਈ ਜਿਹੜੇ ਉਹਨਾਂ ਦੀ ਰਮਤਾ ਹੀ ਨਹੀਂ ਹੋਈ ਹੁੰਦੀ, ਉਹ ਖਾਣ ਪੀਣ ਵਾਸਤੇ ਹੀ ਸੰਤ ਬਣੇ ਹੁੰਦੇ ਆ, ਆਪਣਾ ਟਾਈਮ ਗੁਜ਼ਾਰਨ ਵਾਸਤੇ ਹੀ।
ਹੁਣ ਜਿਹੜਾ ਆਟਾ ਇਕੱਠਾ ਕਰਨ ਵਾਲਾ ਉਹਨੇ ਬੰਦਗੀ ਥੋੜ੍ਹਾ ਕਰਨੀ ਹੈ, ਉਹ ਤਾਂ ਆਪਣਾ ਆਟਾ ਇਕੱਠਾ ਕਰਦਾ ਅਤੇ ਵੇਚ ਕੇ ਤੇ ਤੁਰ ਪੈਂਦਾ ਕਿ ਅੱਜ ਇੱਧਰੋਂ ਗੁਜ਼ਾਰਾ ਕਰ ਲਿਆ, ਭੜ ਕੇ ਦੂਜੇ ਬੰਨੇ ਉਹ ਕਰ ਲਾਂਗੇ, ਉਸ ਪਿੰਡੋਂ ਲੈ ਆਵਾਂਗੇ, ਅਤੇ ਆਪਣਾ ਟਾਈਮ ਪਾਸ ਕਰਨ ਡਿਆ। ਹੁਣ ਇਹ ਬੰਦਗੀ ਵਾਲੇ ਜਿਹੜੇ ਆ ਨਾ, ਮਹਾਂਪੁਰਖਾਂ ਨੇ ਸੋਚਿਆ ਵੀ ਇਹ ਸਾਡੇ ਨਾਲ ਆਣ ਰਲੇ ਆ। ਇਸ ਕਰਕੇ ਮਹਾਂਪੁਰਖ ਬੜੇ ਸਿਆਣੇ ਸੀਗੇ। ਉਹਨਾਂ ਨੇ ਕੀਤਾ ਵੀ ਰਾਤ ਦੇ ਸਮੇਂ ਨਾ ਇਹ ਢੋਲਕ ਵਾਲਾ ਵੀ ਸੁੱਤਾ, ਚੁੰਮਟੇ ਵਾਲੇ ਵੀ ਸੁੱਤੇ, ਅਤੇ ਉਹ ਦੂਜੇ ਵੀ ਸੁੱਤੇ ਸਾਰੇ। ਮਹਾਂਪੁਰਖਾਂ ਚੁੱਪ ਚਪੀਤਿਆਂ ਰਾਤ ਨੂੰ ਉੱਠ ਕੇ ਆਪਣੇ ਬਿਸਤਰੇ ਦੇ ਵਿੱਚੋਂ ਕਿਸੇ ਨੂੰ ਨਾ ਦੱਸਿਆ ਅਤੇ ਸ੍ਰੀਨਗਰ ਤੋਂ ਤੁਰ ਪਏ ਪੈਦਲ ਹੀ। ਸ੍ਰੀਨਗਰ ਤੋਂ ਪੈਦਲ ਤੁਰ ਕੇ ਅਤੇ ਲੁਪਦੇ ਛਿਪਦੇ ਥੋੜ੍ਹਾ ਜਿਹਾ ਰਾਹ ਵਿੱਚ ਆਰਾਮ ਵੀ ਕਰਦੇ। ਇੱਦਾਂ ਕਰਦੇ ਕਰਦੇ ਪੈਦਲ ਆਉਂਦੇ ਰਾਵਲਪਿੰਡੀ ਸਟੇਸ਼ਨ 'ਤੇ ਆ ਗਏ। ਰਾਤ ਆਪ ਜੀ ਨੇ ਵੇਖਿਆ ਨਾ, ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਇੱਕ ਬਣ ਕਸ਼ਹਿਰਾ ਪਾਇਆ ਹੁੰਦਾ, ਅਤੇ ਇੱਕ ਉੱਤੋਂ ਦੀ ਹੁੰਦੀ ਹੈ ਉਹ ਖੱਪਣੀ ਕੁੜਤੀ, ਜਿਹਨੂੰ ਆਪਾਂ ਪਥੂਈ ਵੀ ਕਹਿ ਦਿੰਦੇ ਹਾਂ ਆਪਾਂ। ਇੱਕ ਤਾਂ ਚੋਲਾ ਹੁੰਦਾ ਨਾ, ਇੱਕ ਉੱਦਾਂ ਹੀ ਵੱਡੀਆਂ ਉਹ ਕਈ ਵਾਰੀ ਜੇਬਾਂ ਲੱਗੀਆਂ ਹੁੰਦੀਆਂ ਅਤੇ ਪਥੂਈ ਪਾਈ ਹੁੰਦੀ ਵੱਡੀ ਸਾਰੀ। ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਰਾਤ ਦਾ ਸਮਾਂ ਸੀ, ਉਦੋਂ ਉਹ ਪਾਈ ਸੀ ਮਹਾਂਪੁਰਖਾਂ ਨੇ, ਅਤੇ ਕਸ਼ਹਿਰਾ ਸੀਗਾ, ਸਿਰ 'ਤੇ ਦਸਤਾਰ ਹੈ, ਅਤੇ ਉੱਦਾਂ ਹੀ ਤੁਰੇ ਰਾਤ। ਕੋਲ ਕੁਝ ਨਹੀਂ ਲਿਆ, ਨਾ ਕੋਈ ਪੈਸਾ, ਨਾ ਕੋਈ ਸਾਜ਼, ਨਾ ਕੋਈ ਕੱਪੜਾ। ਉੱਦਾਂ ਹੀ ਰਾਤ ਨੂੰ ਉੱਠ ਕੇ ਤੁਰ ਪਏ ਵੀ ਅਸੀਂ ਤਾਂ 4 ਜਣੇ ਐਸੇ ਹਾਂ ਅਤੇ ਮੇਲਾ ਹੀ ਬਣ ਗਿਆ ਨਾਲ ਸਾਡੇ। ਵੀ ਹੁਣ ਕੀ ਕਹਿਣਗੇ ਸੰਗਤ, ਐਵੇਂ ਸੰਗਤਾਂ 'ਤੇ ਇੰਨਾ ਬੋਝ ਪਾ ਦਿੱਤਾ ਵੀ ਰੋਜ਼ ਹੀ 115-16 ਜਾਣਿਆਂ ਨੂੰ ਪ੍ਰਸ਼ਾਦਾ ਛਕਾਉਣਾ ਪੈਂਦਾ ਇੱਕ ਪਰਿਵਾਰ ਨੂੰ। ਸਾਦੇ 4 ਜਾਣਿਆਂ ਨੂੰ ਇਹ ਨਾਲ 100 ਜਣਾ ਹੋਰ ਤੁਰ ਪੈਂਦਾ। ਮਹਾਂਪੁਰਖ ਰਾਤ ਨੂੰ ਚੁੱਪ ਚਪੀਤੇ ਤੁਰ ਪਏ ਅਤੇ ਤੁਰ ਕੇ ਸ੍ਰੀਨਗਰ ਤੋਂ ਰਾਵਲਪਿੰਡੀ ਆ ਗਏ। ਸੋ ਤੁਰੇ ਆਏ, ਰਸਤੇ ਵਿੱਚ ਆਰਾਮ ਵੀ ਕਰਦੇ ਰਹੇ, ਅਤੇ ਰਾਵਲਪਿੰਡੀ ਸਟੇਸ਼ਨ ਉੱਤੇ ਆ ਕੇ ਨਾ ਅਤੇ ਗੱਡੀ ਦੇ ਉੱਤੇ ਸਵਾਰ ਹੋ ਗਏ। ਉਸ ਵੇਲੇ ਆਪ ਜੀ ਦੇ ਪਾਸ ਕੋਈ ਪੈਸਾ ਨਹੀਂ ਹੈ, ਕੋਈ ਹੋਰ ਚੀਜ਼ ਨਹੀਂ ਹੈ, ਕੇਵਲ ਬਸਤਰ ਜਿਹੜੇ ਪਹਿਨੇ ਆ ਉਹ ਕਸ਼ਹਿਰਾ ਏ, ਗਲ ਵਿੱਚ ਉਹ ਛੋਟੀ ਜਿਹੀ ਪਥੂਈ ਖੱਪਣੀ ਪਾਈ ਹੋਈ ਹੈ, ਇਹਦੋਂ ਬਿਨਾਂ ਹੋਰ ਕੁਝ ਨਹੀਂ ਹੈ। ਅਤੇ ਉੱਦਾਂ ਹੀ ਗੱਡੀ 'ਤੇ ਚੜ੍ਹ ਗਏ ਅਤੇ ਟਿਕਟ ਵੀ ਨਹੀਂ ਲਈ। ਜਦੋਂ ਪੈਸੇ ਨਹੀਂ ਤਾਂ ਟਿਕਟ ਕਿੱਥੋਂ ਲੈਣੀ ਸੀ? ਗੱਡੀ ਵਿੱਚ ਬੈਠ ਗਏ, ਟਿਕਟ ਵੀ ਨਹੀਂ ਲਈ, ਕੋਈ ਚੀਜ਼ ਨਹੀਂ ਲਈ, ਅਤੇ ਲੁਧਿਆਣੇ ਆ ਗਏ। ਕਿਸੇ ਨੇ ਪੁੱਛਿਆ ਨਹੀਂ, ਕਿਉਂਕਿ ਮਹਾਂਪੁਰਖਾਂ ਨੂੰ ਕਿਹਨੇ ਪੁੱਛਣਾ ਸੀ। ਲੁਧਿਆਣੇ ਆ ਗਏ। ਲੁਧਿਆਣੇ ਆਏ, ਇੱਥੇ ਆ ਕੇ ਗੱਡੀ ਬਦਲੀ ਅਤੇ ਧੂਰੀ ਚਲੇ ਗਏ, ਅਤੇ ਧੂਰੀ ਦੇ ਨੇੜੇ ਇੱਕ ਸਟੇਸ਼ਨ 'ਤੇ ਉਤਰੇ। ਉੱਥੋਂ ਉਤਰ ਕੇ ਸਿੱਧਾ ਹੀ ਇੱਕ ਮਹੇਰਨੇ ਪਿੰਡ ਹੈ, ਧੂਰੀ ਤੋਂ ਉਤਰ ਕੇ ਨਾ ਸਟੇਸ਼ਨ 'ਤੇ ਲਾਗੇ ਇੱਕ ਮਹੇਰਨੇ ਪਿੰਡ, ਉੱਥੇ ਚਲੇ ਗਏ। ਉੱਥੇ ਜਿਹੜੀਆਂ ਸੰਗਤਾਂ ਉਹ ਦਰਸ਼ਨਾਂ ਨੂੰ ਤਾਂਘਦੀਆਂ ਸੀ, ਦਰਸ਼ਨ ਦੇਣ ਉੱਥੇ ਚਲੇ ਗਏ। ਇੱਥੋਂ ਦੇ ਜਿਹੜੇ ਲੋਕ ਸੀ ਉਹ ਨਿਰਸ਼ਲ ਵੀ ਛਲੀ ਕਪਟੀ ਨਹੀਂ ਸੀ ਲੋਕ। ਪਿੰਡ ਦੇ ਲੋਕ ਬੜੇ ਭੋਲੇ ਭਾਲੇ ਸੀਗੇ, ਅਤੇ ਜਦੋਂ ਉਹ ਪਿੰਡ ਵਾਲੇ ਜਿਹੜੇ ਲੋਕ ਸੀ ਉਹ ਸ਼ਰਧਾਲੂਆਂ ਨੇ ਆਪਣੇ 'ਤੇ ਉਹਨਾਂ ਵੇਖਿਆ ਵੀ ਗੁਰੂ ਪਰਮੇਸ਼ਰ ਦੀ ਅਪਾਰ ਕਿਰਪਾ ਹੋਈ ਹੈ, ਦ੍ਰਿਸ਼ਟੀ ਹੋਈ ਹੈ, ਮਹਾਂਪੁਰਖ ਆਏ ਨੇ ਬਾਬਾ ਅਤਰ ਸਿੰਘ ਸਾਹਿਬ ਜੀ, ਅਤੇ ਉਹ ਵੀ ਵੇਖੋ ਕੋਈ ਬਸਤਰ ਵੀ ਨਹੀਂ ਇਹਨਾਂ ਨੇ ਪਹਿਨੇ, ਕਸ਼ਹਿਰਾ ਅਤੇ ਬਥੂਈ ਹੈ ਅਤੇ ਦਸਤਾਰ ਹੈ। ਅਤੇ ਇਹ ਆ ਕਰਕੇ ਮਹਾਂਪੁਰਖਾਂ ਨੇ ਵੀ ਕਿਹੜੇ ਸਰੂਪ ਦੇ ਵਿੱਚ ਦਰਸ਼ਨ ਦਿੱਤੇ, ਉਹ ਸੰਗਤਾਂ ਨਿਹਾਲ ਹੀ ਹੋ ਗਈਆਂ। ਜਿਵੇਂ ਕੋਈ ਕੱਪੜਿਆਂ ਤੋਂ ਬਗੈਰ, ਭਾਵੇਂ ਸਾਦੇ ਕੱਪੜੇ ਦੇ ਵਿੱਚ ਕੋਈ ਟਹਿਲਦਾ ਹੈ ਨਾ ਆਪਣੇ ਘਰ, ਕੋਈ ਬਾਹਰ ਜਾਣ ਲੱਗੇ ਅਤੇ ਆਪਾਂ ਦਸਤਾਰਾਂ ਸਜਾਉਂਦੇ ਹਾਂ ਅਤੇ ਆਪਣੇ ਕੱਪੜੇ ਪਾ ਕਰਕੇ ਪਹਿਨ ਕੇ ਪੂਰੇ ਫੇ ਜਾਂਦੇ ਹਾਂ। ਮਹਾਂਪੁਰਖਾਂ ਨੇ ਕਸ਼ਹਿਰਾ ਬਥੂਈ ਪਾਈ ਹੋਈ ਹੈ, ਉੱਦਾਂ ਹੀ ਆਏ ਅਤੇ ਸੰਗਤਾਂ ਬੜੀਆਂ ਖੁਸ਼ ਹੋਈਆਂ ਮਹਾਂਪੁਰਖਾਂ ਨੂੰ ਵੇਖ ਕੇ ਵੀ ਇਹ ਕਿਹੜੇ ਭੇਸ ਵਿੱਚ ਆਏ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ। ਅਤੇ ਸੰਗਤਾਂ ਦੀ ਖੁਸ਼ੀ ਜਿਹੜੀ ਹੈ ਨਾ ਉਹ ਇੰਨੀ ਜ਼ਿਆਦਾ ਹੋਈ ਅਤੇ ਸੰਗਤਾਂ ਆ ਕਰਕੇ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਚਰਨ ਪਰਸਣ ਲੱਗੀਆਂ, ਮੱਥਾ ਟੇਕਣ ਲੱਗੀਆਂ। ਹੱਦ ਹੀ ਨਾ ਰਹੀ ਖੁਸ਼ੀ ਦੀ ਕੋਈ। ਅਤੇ ਇੱਥੇ ਜਦੋਂ ਇਹ ਫਕੀਰੀ ਰੰਗ ਵਿੱਚ ਅਚਾਨਕ ਹੀ ਸਾਰਿਆਂ ਨੂੰ ਦਰਸ਼ਨ ਹੋਏ ਤਾਂ ਸੰਤ ਜੀ ਉਸ ਵੇਲੇ ਬੜੇ ਵਿਰਾਗਵਾਨ ਸੀਗੇ, ਸਾਰਿਆਂ ਨੂੰ ਦਿਸਦੇ। ਹੁਣ ਇੱਥੇ ਵੀ ਆ ਕੇ ਸੰਤ ਜੀ ਨੇ ਥੋੜ੍ਹਾ ਸਮਾਂ ਪਹਿਲਾਂ ਆਰਾਮ ਕੀਤਾ ਹੈ। ਆਰਾਮ ਕਰਕੇ
फिर इशनान कीता है, पिछों प्रशादा छकिया है। फिर 8-9 मील की विथ उत्ते सी एक उत्थे नदी, ते नदी के किनारे ते जाके बैठ गए ते उत्थे ही तपस्या करन लग पे। नदी सी एक उत्थे लागे, धूरी तो महेरने पिंड गए, उत्तों बाहर एक नदी सी, वो नदी के किनारे ते जाके बैठ गए ते उत्थे जाके महापुरख बंदगी करन लग पे। कल्ले ही है बाबा अतर सिंह साहब जी बंदगी कर लग पे। उधर हुण कश्मीर दे विच श्रीनगर दे विच महापुरख रात के 2 बजे अपने जथे नूं सुत्तियां छड्ड के चाले पाते सीगे। हुण जदों सवेर अमृत वेला होया महापुरख ना लभे। महापुरख कहंदे गुम हो गए, पता नहीं कित्थे चले गए, किधर नूं चले गए, पता ना कुछ लगे। वो तो हफड़ा दफड़ी पै गई सारिਆਂ नूं भी कित्थे चले गए महापुरख। रात अपने बिस्तर ते सी, कित्थे चले गए। कोई कुछ कवे, आप जी जानते ना कोई भी इहो जी गल होवे फिर वन सुवन्नियां गल्लां शुरू हो जांदियां। कोई कुछ कवे, कोई कुछ कवे भी महापुरख ऐनू चले गए होने, कोई के ऐनू चले गए होने आ। सो इदां सारे जाने जिहड़े आ ना उन्हां दे अंदर विराग दा हड़ चल तुरिया, पर कोई नहीं पता चलदा, पता कोई नहीं चलता कि संत साहब जी चले कित्थे गए। बड़ी महापुरखों की मिठी आवाज़ है संत बाबा अतर सिंह साहब जी की। सो इत्थों दियां संगतां नूं वो भुलदी नहीं ते संगतां सारियां वो जिहड़े जथे दे 4 सी ना सिंह, उत्थे 3, 2 चुमटियां वाले, एक ढोलक वाला, उन्होंने कह के ते चिट्ठियां पत्र इधर नूं पवाए। उदों मोबाइल ते फोन है नहीं सी, चिट्ठियां पत्र पा पा के भी महापुरख गए कित्थे, ते तारां पाईयां। ते फिर किते जाके 9वें 10वें दिन पता लगा कि महापुरख जी इस तरह चुप चपीते रावलपिंडी गए ने, ते रावलपिंडी तो फिर गड्डी दे विच चढ़ के मालवे विच अपड़े ने, ते अज कल महेरने दे नेड़े कुछ मीलों उत्ते महापुरखों ने एक अस्थान ते बंदगी आरंभ की है। फिर जाके सारिਆਂ ਨੂੰ तसल्ली हुई भी महापुरख अपने स्थान ते ही गए, मालवे विच ही गए है। नहीं तो बड़ा दफड़ी मची रही भी महापुरख इधर गए, कोई इधर, कोई आखे किसी श्रद्धालु के घर गए होने, कोई के कश्मीर चले गए, कोई के श्रीनगर चले गए, इदां ही गल्लां हुंदियां ने। सुन सारिਆਂ ਨੂੰ फिर पता लग गया भी महापुरख इत्थों मालवे चले गए है। तो चुप चपीते रात 2 बजे किसी ने दसिया, साथी भी उत्थे ही रह गए, ढोलक वाला चिमटियां वाले। सो हुण महापुरख संत बाबा अतर सिंह जी अजे जथा इत्थे वापस नहीं आया, तो महापुरख इत्थे बंदगी करते आ, ते जंगल दे विच ही मंगल लाए ने, जिथे बैसनसार जन सो थान सुहंदा। महापुरख जिथे बह जाते उही जिहड़ी जगह वो सोभनीक हो जाती है। हुण इत्थे ही ला लो, हाँ पहलां की सी, पैली सी ना, हुण सतगुरु जी आ गए ने। जिथे जाए बहे मेरा सतगुरु सो थान सुहावा राम राजे। सो यही वेखो जिहड़ा थां सी ये हुण शोभनीक हो गया है, सुहावना हो गया है। इस स्थान ते आके संगतां नकमस्तक हुंदियां ने। इत्थे आ करके संगतां हुण झुकदियां ने, मत्था टेकदियां ने। थां ते उही है ना, पर इत्थे हुण सतगुरु जी आए ने। सतगुरां पिछे आप किन्नियां संगतां आउंदियां। पहलां तो नहीं सी ना आउंदे, इत्थे पैड़ी सी ना, पहलां तो नहीं ना आउंदा, पैड़ी वाले आउंदे ना। हुण किन्नियां संगतां आउंदियां। ये गुरु का प्रताप है ना भी गुरु साहब जी आए ने इत्थे। सो इस तरह जिथे बाणी पढ़न वाले भी जाके बह जाते हैं ना, उत्थे भी संगतां आउणियां शुरू हो जांदियां ने। महापुरखों के पास संगतां आउणियां शुरू हो गईयां। जंगल विच ही मंगल लग गया, संगतां दर्शनां नूं जांदियां ने। ते इदां करदियां करदियां वो जिहड़े ढोलक वाला ते दोवें चिमटे वाले विचारे वो भी आण पहुँचे। भाई ईशर सिंह जी पुछदे पुछाउंदे वो भी इत्थे आ गए भी महापुरख ऐनू गए आ, वो उत्थे पहुँच गए। जदों आ गए अमृत वेला सी,
ਤੇ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਮਹਾਂਪੁਰਖ ਆਪ ਹੱਲੇ ਦੀ ਸੁਰ ਦੇ ਨਾਲ ਆਰੰਭਤਾ ਕਰਦੇ ਨੇ, ਕਿਉਂਕਿ ਮਹਾਂਪੁਰਖ ਧਾਰਨਾ ਦਾ ਕੀਰਤਨ ਕਰਦੇ ਸੀ ਨਾ, ਤੇ ਆਸਾ ਦੀ ਵਾਰ ਵੀ ਇਸੇ ਤਰ੍ਹਾਂ ਧਾਰਨਾ ਨਾਲ ਪੜ੍ਹਦੇ ਸੀਗੇ। ਆਵਾਜ਼ ਇੰਨੀ ਉੱਚੀ ਤੇ ਮਿੱਠੀ ਸੀ ਕਿ ਸੁਣਨ ਵਾਲਾ ਜਿਹੜਾ ਉਹ ਮੋਹਿਆ ਜਾਂਦਾ ਹੈ। ਬਾਕੀ ਗੱਲ ਬੰਦਗੀ ਦੀ ਹੈ। ਬੰਦਗੀ ਵਾਲਾ ਪ੍ਰਚਾਰਕ, ਬੰਦਗੀ ਵਾਲਾ ਕੀਰਤਨੀਆ ਤੇ ਬੰਦਗੀ ਵਾਲਾ ਪ੍ਰਬੰਧਕ ਜਿਹੜਾ ਨਾ, ਇਹ ਹਰ ਥਾਂ 'ਤੇ ਨਹੀਂ ਜੇ ਮਿਲਦਾ। ਨਾ ਤੇ ਬੰਦਗੀ ਵਾਲਾ ਕੋਈ ਪ੍ਰਚਾਰਕ ਹੀ ਛੇਤੀ ਕੀਤਿਆਂ ਮਿਲਦਾ ਹੈ ਜਿਹੜਾ ਬੰਦਗੀ ਕਰਨ ਵਾਲਾ ਹੋਵੇ, ਨਾ ਬੰਦਗੀ ਕਰਨ ਵਾਲਾ ਕੀਰਤਨੀਆ ਹੀ ਮਿਲਦਾ ਛੇਤੀ, ਤੇ ਨਾ ਹੀ ਬੰਦਗੀ ਕਰਨ ਵਾਲਾ ਕਿਤੇ ਪ੍ਰਬੰਧਕ ਹੀ ਮਿਲਦਾ। ਇਹ ਕਿਤੇ ਵਿਰਲੇ ਹੀ ਆ, ਹਰ ਥਾਂ 'ਤੇ ਨਹੀਂ ਐਸੇ ਮਿਲਦੇ। ਹੁਣ ਮਹਾਂਪੁਰਖ ਬੰਦਗੀ ਵਾਲੇ ਆ, ਕੀਰਤਨੀਏ ਵੀ ਆ, ਪ੍ਰਚਾਰਕ ਵੀ ਆ, ਕਥਾਵਾਚਕ ਵੀ ਆ। ਮਹਾਂਪੁਰਖ ਬੰਦਗੀ ਵਾਲੇ ਆ। ਬੰਦਗੀ ਵਾਲੇ ਨਹੀਂ ਹਰ ਥਾਂ ਮਿਲਦੇ, ਉੱਦਾਂ ਵਾਧੂ ਮਿਲ ਜਾਂਦੇ ਆਪਾਂ ਨੂੰ, ਪਰ ਬੰਦਗੀ ਵਾਲਾ ਜਿਹੜਾ ਏ ਉਹ ਕਿਤੇ ਕਿਤੇ ਘੱਟ ਹੀ ਮਿਲਦਾ ਏ। ਵਿਰਲੇ ਕਈ ਕੇ ਉਹ ਵਿਰਲੇ ਹੀ ਆ। ਸੋ ਇੱਦਾਂ ਜਦੋਂ ਮਹਾਂਪੁਰਖਾਂ ਨੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ, ਇੰਨੀ ਕਹਿੰਦੇ ਉੱਚੀ ਆਵਾਜ਼ ਵੀ ਮੀਲਾਂ 'ਚ ਜਾਂਦੀ ਹੈ। ਆਪਾਂ ਦੇ ਸਪੀਕਰ ਲਾਉਣੇ ਤੇ ਫਿਰ ਕਿਤੇ ਜਾ ਕੇ ਮੀਲ ਤੱਕ ਜਾਂਦੀ ਹੈ ਨਾ, ਉਹਨਾਂ ਦੀ ਬਿਨ ਸਪੀਕਰ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਜਦੋਂ ਆਵਾਜ਼ ਜਿਹੜੀ ਦੂਰ ਤੱਕ ਜਾਂਦੀ ਹੈ, ਪਿੰਡਾਂ ਵਾਲੇ ਕਈ ਮੀਲਾਂ ਤੋਂ ਆਉਣੇ ਸ਼ੁਰੂ ਹੋ ਗਏ। ਠੀਕ ਮਹਾਂਪੁਰਖ 5 ਵਜੇ ਸਮਾਪਤੀ ਕਰਦੇ। ਜਦੋਂ ਸਮਾਪਤੀ ਹੋ ਜਾਂਦੀ, ਸੰਗਤਾਂ ਦੇ ਚਲੇ ਜਾਣ ਪਿੱਛੋਂ ਫਿਰ ਮਹਾਂਪੁਰਖ ਵੱਖੋ ਵੱਖ ਬਹਿ ਜਾਂਦੇ ਤੇ ਸਾਰਾ ਜਥਾ ਹੀ ਸਿਮਰਨ ਕਰਨ ਲੱਗ ਜਾਂਦਾ। ਜਦੋਂ ਸੰਗਤ ਚਲ ਜਾਂਦੀ ਨਾ ਸਵੇਰੇ ਕੀਰਤਨ ਸੁਣ ਕੇ, ਤੇ ਫਿਰ ਢੋਲਕ ਵਾਲੇ ਵੱਖਰੇ ਹੋ ਜਾਣਾ, ਚੁੰਮਟੇ ਵਾਲਿਆਂ ਨੇ ਵੱਖਰੇ ਹੋ ਜਾਣਾ, ਮਹਾਂਪੁਰਖਾਂ ਨੇ ਵੱਖਰੇ ਬੈਠ ਜਾਣਾ। ਫਿਰ ਬੰਦਗੀ ਸ਼ੁਰੂ ਕਰ ਦੇਣੀ ਹੈ, ਸਿਮਰਨ ਸ਼ੁਰੂ ਕਰ ਦੇਣਾ ਹੈ, ਕਿਉਂਕਿ ਸੰਗਤ ਚਲ ਗਈ। ਫਿਰ ਸਿਮਰਨ ਸ਼ੁਰੂ। ਸੋ ਇੱਦਾਂ ਉੱਥੇ ਸਿਮਰਨ ਕਰਦੇ ਹਨ। ਸੋ ਫਿਰ ਹੌਲੀ ਹੌਲੀ ਮਹਾਂਪੁਰਖ ਜਦੋਂ ਪਹਿਲਾਂ ਤਾਂ ਕਰਦੇ ਨਾ ਕੀਰਤਨ, ਉਦੋਂ ਤਾਂ ਉੱਚੀ ਆਵਾਜ਼ ਵਿੱਚ ਕਰਦੇ ਆ। ਜਦੋਂ ਸਿਮਰਨ ਕਰਦੇ ਫਿਰ ਆਵਾਜ਼ ਹੌਲੀ ਕਰ ਲੈਂਦੇ ਆ। ਫਿਰ ਹੌਲੀ ਹੌਲੀ ਸਿਮਰਨ ਕਰਦੇ ਆ, ਬੈਠ ਕਰਕੇ ਆਵਾਜ਼ ਜਿਹੜੀ ਹੈ ਉਹਨੂੰ ਹੌਲੀ ਕਰ ਲੈਂਦੇ ਆ। ਸੋ ਇੱਦਾਂ ਸਾਰੇ ਜਥਿਆਂ ਨੂੰ ਮਹਾਂਪੁਰਖਾਂ ਦਾ ਇਹ ਹੁਕਮ ਸੀ ਕਿ ਸਭ ਨੇ ਸਿਮਰਨ ਕਰਨਾ ਹੈ। ਸੋ ਪਿੰਡ ਵਾਲਿਆਂ ਵੱਲੋਂ ਉਸ ਵੇਲੇ ਇੱਥੇ ਪ੍ਰਸ਼ਾਦਾ ਜਿਹੜਾ ਨਾ ਉਹ ਲਿਆਂਦਾ ਜਾਂਦਾ ਹੈ। ਉੱਥੇ ਆਪ ਤਿਆਰ ਨਹੀਂ ਕਰਦੇ, ਸਿਰਫ ਇੱਕ ਖੁਸ਼ਕ ਪ੍ਰਸ਼ਾਦਾ ਆਇਆ ਕਬੂਲ ਕਰਦੇ ਆ। ਇਹ ਨਹੀਂ ਕਿ ਚੋਪੜ ਕੇ ਲੈ ਆਇਆ ਕੋਈ ਪ੍ਰਸ਼ਾਦਾ ਤੇ ਉਹਨੂੰ ਪਸੰਦ ਕਰਨਾ, ਨਹੀਂ। ਮਹਾਂਪੁਰਖ ਜਿਹੜਾ ਪ੍ਰਸ਼ਾਦਾ ਖੁਸ਼ਕ ਲਿਆਉਂਦਾ ਸੀ ਨਾ, ਉਹਦੇ ਕੋਲ ਉਹ ਪ੍ਰਵਾਨ ਕਰਦੇ ਸੀਗੇ, ਉਹ ਲੈਂਦੇ ਸੀ। ਤੇ ਨਦੀ ਕਿਨਾਰੇ ਨਾ ਉਦੋਂ ਬਾਥੂ ਉੱਗਿਆ ਹੁੰਦਾ ਸੀ, ਤੇ ਉਹ ਬਾਥੂ ਕਹਿਣਾ ਇਹ ਤੋੜ ਕੇ ਲੈ ਜਾਓ, ਇਹਦਾ ਸਾਗ ਰਿੰਨ ਕੇ ਲਿਆਓ। ਲੂਣੇ ਨਾਲ ਹੀ ਮਹਾਂਪੁਰਖਾਂ ਨੇ ਇੱਕੇ ਵੇਲੇ ਪ੍ਰਸ਼ਾਦਾ ਛਕਣਾ। ਇੱਕੇ ਵੇਲੇ ਪ੍ਰਸ਼ਾਦਾ ਛਕਦੇ ਰਹੇ ਬਾਬਾ ਅਤਰ ਸਿੰਘ ਸਾਹਿਬ ਜੀ, ਤੇ ਬਾਬਾ ਗੁਰਬਖਸ਼ ਸਿੰਘ ਜੀ ਵੀ ਇੱਕੇ ਵੇਲੇ ਹੀ ਛਕਦੇ ਸੀਗੇ। ਭਾਵੇਂ ਗਰਮੀਆਂ ਸਿਆਲ ਹੈ, ਪ੍ਰਸ਼ਾਦਾ ਇੱਕੇ ਵਾਰ ਹੀ ਛਕਣਾ ਹੈ। ਸੋ ਐਸੀ ਕਠਿਨ ਸਾਧਨਾ ਨਾਲ ਬਹਿ ਕਰਕੇ ਤੇ ਮਹਾਂਪੁਰਖ ਤਪੱਸਿਆ ਕਰਦੇ ਸਨ। ਸੋ ਇੱਧਰੋਂ ਜਦੋਂ ਸਿੱਖ ਰਾਜ ਜਿਹੜਾ ਸੀ ਨਾ, ਸਿੱਖਾਂ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ, ਜਦੋਂ ਅੰਗਰੇਜ਼ ਆ ਗਏ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਚਲਾਣੇ ਤੋਂ ਪਿੱਛੋਂ, ਉਸ ਵੇਲੇ ਬਾਬਾ ਖੇਮ ਸਿੰਘ ਸਾਹਿਬ ਬੇਦੀ, ਇਹਨਾਂ ਨੇ ਪੰਜਾਬ, ਪੋਠੋਹਾਰ ਤੇ ਫਰੰਟੀਅਰ ਦੇ ਲੱਖਾਂ ਸਿੱਖਾਂ ਤੇ ਸਹਿਜਧਾਰੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਤੇ ਸਿੱਖਾਂ ਪਾਸੋਂ ਰਾਜ ਭਾਗ ਖੋਏ ਜਾਣ ਕਾਰਨ ਬੇਦਲੀ ਬੜੀ ਫੈਲ ਚੁੱਕੀ ਸੀ। ਮਾਯੂਸੀ ਨੂੰ ਦੂਰ ਕਰਨ ਵਾਸਤੇ ਤੇ ਚੜ੍ਹਦੀ ਕਲਾ ਵਿੱਚ ਖਾਲਸੇ ਪੰਥ ਨੂੰ ਲਿਜਾਣ ਦਾ ਯਤਨ ਕੀਤਾ ਬਾਬਾ ਖੇਮ ਸਿੰਘ ਸਾਹਿਬ ਜੀ ਬੇਦੀ ਨੇ। ਪਰ ਤੋਂ ਹੁਣ ਮੌਜੂਦ ਨਹੀਂ ਸਨ। ਉਸ ਵੇਲੇ ਉਹ ਵੀ ਮੌਜੂਦ ਨਹੀਂ ਸਨ। ਸਿੱਖ ਰਾਜ ਤੋਂ ਬਾਅਦ ਵਿੱਚ ਬਾਬਾ ਖੇਮ ਸਿੰਘ ਜੀ ਨੇ ਪ੍ਰਚਾਰ ਕੀਤਾ ਅੰਮ੍ਰਿਤ ਛਕਾਉਣ ਦਾ ਤੇ ਸਿੰਘ ਸਜਾਉਣ ਦਾ, ਵੀ ਵੱਧ ਤੋਂ ਵੱਧ ਖੰਡੇ ਬਾਟੇ ਦੇ ਧਾਰਨੀ ਸੰਗਤ ਬਣੇ। ਹੁਣ ਉਹ ਜਦੋਂ ਮੌਜੂਦ ਨਹੀਂ ਆ, ਤੇ ਫਿਰ ਉਦੋਂ ਬਾਅਦ ਵਿੱਚ ਬਾਬਾ ਅਤਰ ਸਿੰਘ ਸਾਹਿਬ ਜੀ,
ਹੁਣ ਉਸ ਵੇਲੇ ਇਹ ਮਹਾਨ ਇੱਕ ਪ੍ਰਸਿੱਧ ਵਿਅਕਤੀ ਸਨ ਜਿਹੜੇ ਨਿਰੋਲ ਗੁਰਮਤਿ ਅਨੁਕੂਲ ਆਪ ਜਪੇ ਅਵਰੇ ਨਾਮ ਜਪਾਵੇ ਦਾ ਪ੍ਰਚਾਰ ਕਰ ਰਹੇ ਸੀਗੇ। ਗੁਰੂ ਕਾਰਨ ਨਿਭਾਉਣ ਦੇ ਯੋਗ ਸੀਗੇ ਤੇ ਸਿੱਖ ਕੌਮ ਦੀ ਧਾਰਮਿਕ ਅਗਵਾਈ ਕਰਨ ਦੇ ਲਾਇਕ ਸਮਝੇ ਜਾਂਦੇ ਸੀਗੇ। ਇਸੇ ਕਾਰਨ ਥਾਂ ਪ੍ਰਥਾਏ ਪਿੰਡਾਂ ਤੇ ਸ਼ਹਿਰਾਂ ਦੇ ਗੁਰਮੁਖ ਪ੍ਰੇਮੀਆਂ ਨੂੰ ਆਪ ਦੇ ਦਰਸ਼ਨ ਤੇ ਆਪ ਦੇ ਹੱਥੋਂ ਅੰਮ੍ਰਿਤ ਛਕਣ ਦੀ ਤਾਂਘ ਰਿਹਾ ਕਰਦੀ ਸੀ। ਇਸ ਵੇਲੇ ਅੰਗਰੇਜ਼ੀ ਬੋਲੀ ਤੇ ਸੱਭਿਅਤਾ ਦਾ ਪ੍ਰਚਾਰ ਜਿਹੜਾ ਬਹੁਤ ਕੁਝ ਹੋ ਚੁੱਕਾ ਸੀਗਾ, ਕਿਉਂਕਿ ਪਹਿਲਾਂ ਤੇ ਲੋਕ ਭੋਲੇ ਭਾਲੇ ਸੀਗੇ। ਕਿਸੇ ਨੇ ਕੁਝ ਵੀ ਸੁਣਾ ਦਿੱਤਾ, ਸੁਣ ਲਿਆ, ਕੋਈ ਮਰਿਆਦਾ ਦਸਤੀ ਮੰਨ ਲਈ। ਹੁਣ ਉਸ ਵੇਲੇ ਜਿਹੜੇ ਅੰਗਰੇਜ਼ੀ ਪੜ੍ਹਨ ਵਾਲੇ, ਕਿਉਂਕਿ ਉਦੋਂ ਪੜ੍ਹ ਲਿਖ ਗਿਆ ਜ਼ਮਾਨੇ ਵਿੱਚ ਜ਼ਿਆਦਾ ਲੋਕ ਪੜ੍ਹਨੇ ਸ਼ੁਰੂ ਹੋ ਗਏ, ਕੁਝ ਮੁੰਡੇ ਅੰਗਰੇਜ਼ੀ ਪੜ੍ਹ ਗਏ। ਸੋ ਹੁਣ ਉਸ ਵੇਲੇ ਜਿਹੜੇ ਉਸ ਵੇਲੇ ਦੇ ਸਾਧੂ ਸੰਤ ਸੀ ਨਾ, ਉਹਨਾਂ 'ਤੇ ਛੇਤੀ ਉਹ ਇਤਬਾਰ ਨਹੀਂ ਕਰਦੇ, ਉਹਨਾਂ ਦੀ ਗੱਲ ਛੇਤੀ ਨਾ ਮੰਨ ਨਹੀਂ ਸੀ ਲੈਂਦੇ, ਕਿਉਂਕਿ ਉਹ ਪੜ੍ਹ ਜੂ ਗਏ, ਪੜ੍ਹਨ ਲਿਖ ਗਿਆ ਜ਼ਮਾਨਾ, ਅਤੇ ਪਹਿਲਾਂ ਸਾਧੂ ਜੋ ਕਹਿ ਦੇਣਾ ਉਹ ਮੰਨ ਲੈਣਾ। ਹੁਣ ਛੇਤੀ ਨਹੀਂ ਮੰਨਦੇ ਉਸ ਸਮੇਂ। ਪਰ ਆਲਮ ਫਾਜ਼ਲ ਵੀ ਜਿਹੜੇ ਵਿਦਵਾਨ ਅਤੇ ਧਨੀ ਲੋਕ ਸੀ ਨਾ, ਸੋ ਉਹ ਆਪਣੀ ਬੁੱਧੀ ਦੀ ਕਸਵੱਟੀ ਉੱਤੇ ਸੰਤ ਬਾਬਾ ਅਤਰ ਸਿੰਘ ਜੀ ਨੂੰ ਚੰਗੀ ਤਰ੍ਹਾਂ ਪਰਖ ਕੇ ਆਪਣੇ ਦਿਨਾਂ ਵਿੱਚ ਉਹਨਾਂ ਨੇ ਵਸਾਇਆ ਹੋਇਆ ਸੀ। ਜਿੱਥੇ ਕਿਤੇ ਲੋਕਾਂ ਦੇ ਨੇਤਰ ਤਾਂਘਦੇ ਸਨ ਕਿ ਮਹਾਂਪੁਰਖਾਂ ਦੇ ਦਰਸ਼ਨ ਕਰੀਏ। ਸੰਗਤ ਜਿਹੜੀ ਹੈ ਨਾ, ਉਸ ਵੇਲੇ ਪੜ੍ਹ ਲਿਖ ਚੁੱਕੀ ਸੀ। ਪਹਿਲਾਂ ਕੋਈ ਵੀ ਸਾਧੂ ਹੁੰਦਾ ਸੀ, ਲੋਕ ਉਹਦੇ ਪਿੱਛੇ ਲੱਗ ਤੁਰਦੇ ਸੀਗੇ। ਉਹ ਜ਼ਮਾਨਾ ਸੀ ਜਦੋਂ ਕੋਈ ਸਾਈਕਲ 'ਤੇ ਜਾਣ ਡਿਆ ਹੋਵੇ ਨਾ, ਤੇ ਅੱਗੇ ਮੱਝ ਵਾਲਾ ਮੱਝ ਪਰਾਂ ਕਰ ਲੈਂਦਾ ਸੀ, ਸਾਈਕਲ ਵਾਲਾ ਕਿਤੇ ਵਿੱਚ ਮਾਰ ਕੇ ਮੇਰੀ ਮੱਝ ਹੀ ਨਾ ਮਾਰ ਦੇਵੇ। ਇੰਨਾ ਭੋਲਾ ਜ਼ਮਾਨਾ ਸੀ ਉਸ ਵੇਲੇ, ਪਤਾ ਹੀ ਨਹੀਂ ਸੀ ਕਿਸੇ ਨੂੰ। ਕੋਈ ਸਾਈਕਲ ਆਇਆ, ਸਾਰਾ ਪਿੰਡ ਹੀ ਵੇਖਣ ਜਾਂਦਾ ਸੀ, ਹੈ ਵੀ ਸਾਈਕਲ ਆਇਆ ਏ। ਅਤੇ ਉਸ ਸਮੇਂ ਦੇ ਵਿੱਚ ਪਹਿਲੇ ਜ਼ਮਾਨੇ ਵਿੱਚ ਜੋ ਕਿਸੇ ਨੇ ਕਹਿਣਾ ਮੰਨ ਲੈਣਾ। ਹੁਣ ਜਦੋਂ ਅੰਗਰੇਜ਼ਾਂ ਤੋਂ ਬਾਅਦ 'ਚ ਅੰਗਰੇਜ਼ੀ ਪੜ੍ਹ ਗਏ, ਮੁੰਡੇ ਅੱਗੇ ਹੋਰ ਪੜ੍ਹਾਈ ਕਰ ਗਏ, ਅਤੇ ਉਸ ਵੇਲੇ ਉਹ ਛੇਤੀ ਕਿਸੇ 'ਤੇ ਯਕੀਨ ਨਹੀਂ ਸੀ ਕਰਦੇ। ਪਰ ਬਾਬਾ ਅਤਰ ਸਿੰਘ ਸਾਹਿਬ ਜੀ ਨੂੰ ਉਹਨਾਂ ਨੇ ਮਨ ਵਿੱਚ ਵਸਾਇਆ ਹੋਇਆ ਹੈ। ਪੜ੍ਹਿਆ ਲਿਖਿਆਂ ਨੇ ਵੀ, ਪੜ੍ਹੇ ਲਿਖੇ ਵੀ ਬਾਬਾ ਅਤਰ ਸਿੰਘ ਸਾਹਿਬ ਜੀ ਨੂੰ ਆ ਕਰਕੇ ਮੰਨਦੇ ਹਨ, ਉਹਨਾਂ ਦੇ ਬਚਨਾਂ ਨੂੰ। ਸੋ ਐਸੇ ਸਨ ਬਾਬਾ ਅਤਰ ਸਿੰਘ ਸਾਹਿਬ ਜੀ। ਸੋ ਇੱਥੋਂ ਤੱਕ ਦਾ ਆਪ ਜੀ ਨੇ ਪ੍ਰਸੰਗ ਅੱਜ ਸਰਵਣ ਕੀਤਾ ਹੈ। ਸਮੇਂ ਦੇ ਲਿਹਾਜ਼ ਨਾਲ ਹੁਣ ਸਮਾਪਤੀ ਹੈ। ਹੁਣ ਇਹਦੋਂ ਅੱਗੇ, ਕਿਉਂਕਿ ਬਾਬਾ ਅਤਰ ਸਿੰਘ ਸਾਹਿਬ ਜੀ ਜਿਹੜੇ ਹਨ ਨਾ, ਇਹਨਾਂ ਦੀ ਸੰਪਰਦਾ ਦੇ ਸੀ ਬਾਬਾ ਗੁਰੂ ਭਗਤ ਸਿੰਘ ਸਾਹਿਬ ਜੀ, ਇਹਨਾਂ ਨਾਲ ਰਹੇ ਆ, ਇਹਨਾਂ ਪਾਸੋਂ ਅੰਮ੍ਰਿਤ ਛਕਿਆ ਹੈ। ਤਾਂ ਬਾਬਾ ਗੁਰੂ ਭਗਤ ਸਿੰਘ ਸਾਹਿਬ ਜੀ ਦੇ ਜੀਵਨ ਦੇ ਵਿੱਚ ਨਾਲ ਨਾਲ ਸੰਤ ਬਾਬਾ ਅਤਰ ਸਿੰਘ ਜੀ ਨੇ ਵੀ ਆਉਣਾ ਹੀ ਹੈ। ਅੱਜ ਆਪ ਜੀ ਉਹਨਾਂ ਬਾਰੇ ਸਰਵਣ ਕੀਤਾ ਹੈ। ਹੁਣ ਕੱਲ੍ਹ ਨੂੰ ਸ਼ਿਮਲੇ ਤੋਂ ਸੰਤ ਬਾਬਾ ਗੁਰੂ ਭਗਤ ਸਿੰਘ ਸਾਹਿਬ ਜੀ ਨੇ ਫਿਰ ਬਾਬਾ ਅਤਰ ਸਿੰਘ ਸਾਹਿਬ ਜੀ ਦੇ ਪਾਸ ਆਉਣਾ ਹੈ। ਉਹ ਆਪ ਜੀ ਪ੍ਰਸੰਗ ਕੱਲ੍ਹ ਨੂੰ ਸਰਵਣ ਕਰੋਗੇ। ਬੜਾ ਹੀ ਆਨੰਦਦਾਇਕ, ਬੜਾ ਹੀ ਪ੍ਰੇਮ ਦਾ ਭਿੱਜਿਆ ਹੋਇਆ ਪ੍ਰਸੰਗ ਹੈ ਕੱਲ੍ਹ ਵਾਲਾ। ਉਹ ਆਪ ਜੀ ਕੱਲ੍ਹ ਨੂੰ ਸਰਵਣ ਕਰੋਗੇ। ਸਤਿਗੁਰੂ ਕਿਰਪਾ ਕਰਨ, ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਣ, ਅਗਾਂਹ ਵਾਸਤੇ ਸਮੱਤ ਬਖਸ਼ਣ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।